थैंक यू फादर। प्रभु यीशु मसीह नासरी दे नाम नाल प्रार्थना तुसीं शुरू करते हैं। सारिਆਂ ਨੂੰ जी आया कहने ਆ। ਸਾਰਿਆਂ ਨੂੰ पिता परमेश्वर ਦੀ हजूरी वास्ते पिता परमेश्वर ਦਾ ਹੀ ਧੰਨ ਧੰਨ ਉਹਨਾਂ ਦੇ ਨਾਮ ਨੂੰ ਪੁਕਾਰਦੇ ਆ। ਪਵਿੱਤਰ ਆਤਮਾ ਜੀ ਦੀ ਹਜ਼ੂਰੀ ਵਾਸਤੇ हे पिता परमेश्वर ਤੁਹਾਡਾ ਸ਼ੁਕਰ ਕਰਦੇ ਆ। ਆਪਣੇ ਹਜ਼ੂਰੀ ਦੇ ਵਿੱਚ ਤੁਸੀਂ ਆਪਣੇ ਪਰਿਵਾਰ ਨੂੰ ਇਕੱਠਿਆਂ ਕੀਤਾ पिता परमेश्वर, ਜਿਹੜੇ ਪਹੁੰਚੇ ਆ ਔਰ ਜਿਹੜੇ ਪਹੁੰਚ ਰਹੇ ਆ ਔਰ ਜਿਹੜੇ ਆਉਣ ਵਾਲੇ ਦਿਨਾਂ ਵਿੱਚ ਪਹੁੰਚਣਗੇ। ਸਾਰਿਆਂ ਦਾ पिता परमेश्वर ਤੁਹਾਡੇ ਤੇ ਵਿਸ਼ਵਾਸ ਕਰਦੇ ਹੋਏ ਕਿ ਸਾਰਿਆਂ ਨੂੰ ਤੁਸੀਂ ਆਪਣੇ ਰਾਜ ਵਿੱਚ ਸ਼ਾਮਿਲ ਕੀਤਾ ਹੈ। ਲॉर्ड ਧੰਨਵਾਦ ਕਰਦੇ ਆ ਸਾਰਿਆਂ ਦੇ ਵਿਸ਼ਵਾਸ ਦੇ ਲਈ, ਤੁਹਾਡਾ ਸ਼ੁਕਰ ਕਰਦੇ ਆ। ਸਾਰਿਆਂ ਤੇ ਤੁਹਾਡੀ ਕਿਰਪਾ ਹੋਈ, ਤੁਹਾਡੀ ਕਿਰਪਾ ਤੋਂ ਬਿਨਾਂ ਕੋਈ ਤੁਹਾਡੀ ਹਜ਼ੂਰੀ ਵਿੱਚ ਨਹੀਂ ਆ ਸਕਦਾ। ਪ੍ਰਭੂ ਤੁਸੀਂ ਸਾਰਿਆਂ ਨੂੰ ਇੱਕ ਮਨ ਇੱਕ ਚਿੱਤ ਦਿੱਤਾ, ਇਸ ਕਰਕੇ ਅਸੀਂ ਇੱਥੇ ਇਕੱਠੇ ਹੋਏ ਆ। ਇਸ ਕਿਰਪਾ ਦੇ ਲਈ ਤੁਹਾਡਾ ਧੰਨਵਾਦ ਕਰਦੇ ਆ। ਤੁਹਾਡੀ ਪਵਿੱਤਰ ਹਜ਼ੂਰੀ ਵਾਸਤੇ ਤੁਹਾਡਾ ਸ਼ੁਕਰ ਕਰਦੇ ਹਾਂ। हे पिता परमेश्वर ਤੁਹਾਨੂੰ ਪ੍ਰਸੰਨ ਕਰਨ ਦੀ ਇੱਛਾ ਨਾਲ ਆਏ ਆ ਖੁਦਾਵੰਦ, ਔਰ ਤੁਹਾਡੀ ਇੱਛਾ ਜਾਣਨ ਆਏ ਆ ਕਿ ਤੁਹਾਡੀ ਸਾਡੇ ਲਈ ਕੀ ਇੱਛਾ ਹੈਗੀ ਹੈ ਖੁਦਾਵੰਦ। ਇਸ ਇੱਛਾ ਨਾਲ ਆਏ ਆ पिता परमेश्वर ਕਿ ਤੁਹਾਡੀ ਇੱਛਾ ਨੂੰ ਜਾਣੀਏ ਔਰ ਤੁਹਾਡੀ ਸਹਾਇਤਾ ਦੇ ਨਾਲ ਪਵਿੱਤਰ ਆਤਮਾ ਜੀ ਆਪਣੇ पिता परमेश्वर ਦੀ ਇੱਛਾ ਨੂੰ ਪੂਰਾ ਕਰਨ ਦੇ ਯੋਗ ਠਹਿਰੀਏ, ਕਿਉਂਕਿ पिता परमेश्वर ਨੇ ਸਾਡੀਆਂ ਸਭ ਮਨੋਕਾਮਨਾ ਪੂਰੀਆਂ ਕੀਤੀਆਂ। पिता परमेश्वर ने इन्ना प्यार किया कि अपना इकलौता पुत्र दिता ताकि जो कोई विश्वास करे वो नाश ना होए बल्कि अनंत जीवन पाए। पिता परमेश्वर ने साडी अनंत मौत नूं अनंत जीवन विच बदल दिता। हुण साडे जीवन दी सिर्फ इक्को इच्छा होनी चाहिए है कि पिता परमेश्वर दी हर वो इच्छा नूं असीं पूरा कर सकीए। ये जिंदगी पिता परमेश्वर अज असीं फिर एक बारी रीडेडिकेट ਤੁਹਾਨੂੰ ਕਰਦੇ ਆ ਖੁਦਾਵੰਦ, ਕਿਉਂਕਿ ਤੁਸੀਂ ਸਾਡੀ ਮੌਤ ਆਪਣੇ ਆਪ ਤੇ ਲਈ ਆ, ਆਪਣੀ ਜ਼ਿੰਦਗੀ ਦਿੱਤੀ ਹੈ ਔਰ ਆਪਣੀ ਜ਼ਿੰਦਗੀ ਤੁਹਾਨੂੰ ਸਮਰਪਿਤ ਕਰਦੇ ਆ ਔਰ ਮੰਗਦੇ ਆ हे पिता परमेश्वर ਕਿ ਆਪਣੀ ਮੌਤ ਦੀ ਸਮਾਨਤਾ ਦਿਓ ਤਾਂ ਕਿ ਜਿਹੜੀ ਜ਼ਿੰਦਗੀ ਤੁਸੀਂ ਦਿੱਤੀ ਹੈ ਇਹ ਜ਼ਿੰਦਗੀ ਤੁਹਾਡੇ ਯੋਗ ਗ੍ਰਹਿਣ ਯੋਗ ਹੋਏ ਖੁਦਾਵੰਦ। ਥੈਂਕ ਯੂ ਫਾਦਰ। ਹਰ ਚੀਜ਼ ਤੁਹਾਡੇ ਨਾਮ ਨੂੰ ਉੱਚਾ ਚੱਕਦੇ ਆ ਪ੍ਰਭੂ ਯੀਸ਼ੂ ਮਸੀਹ ਨਾਸਰੀ ਦੇ ਨਾਮ ਨਾਲ, ਆਮੀਨ। ਆਪਾਂ ਨੇ ਪਹਿਲਾਂ ਸਿੱਖਿਆ ਸੀ ਪਰਮੇਸ਼ਵਰ ਦੀ ਇੱਛਾ। ਆਪਾਂ ਹਮੇਸ਼ਾ ਜਾਣਨਾ ਚਾਹੁੰਦੇ ਆ ਕਿ ਅਸੀਂ ਪਰਮੇਸ਼ਵਰ ਦੀ ਇੱਛਾ ਨੂੰ ਪੂਰੀਆਂ ਕਰਨ ਦੀ ਇੱਛਾ ਹੁੰਦੀ ਹੈ, ਪਰ ਆਪਾਂ ਨੂੰ ਇੱਛਾ ਪਤਾ ਹੋਏਗੀ ਤਾਂ ਹੀ ਆਪਾਂ ਪੂਰੀ ਕਰਾਂਗੇ। ਇੱਕ ਆਪਾਂ ਨੇ ਦੇਖਿਆ ਸੀ 1 ਥੈਸਲੋਨੀਅਨ 5 ਦਾ 18, हर बात में धन्यवाद करो क्योंकि तुम्हारे लिए मसीह यीशु में परमेश्वर की यही इच्छा है। सो पहली इच्छा ਆਪਾਂ ਨੇ ਇਹ ਸਿੱਖੀ ਸੀਗੀ ਕਿ ਜਿੱਦਾਂ ਦੇ ਮਰਜ਼ੀ ਹਾਲਾਤ ਹੈਗੇ ਆ ਉਹਦੇ ਵਿੱਚ ਅਸੀਂ ਧੰਨਵਾਦ ਕਰਦੇ ਰਹਿਣਾ। ਉਹ ਧੰਨਵਾਦ ਦੇ ਜ਼ਰੀਏ ਪਰਮੇਸ਼ਵਰ ਨੇ ਸਿਖਾਇਆ ਕਿ ਜਿਵੇਂ ਜਿਵੇਂ ਅਸੀਂ ਧੰਨਵਾਦ ਕਰਦੇ ਰਹਿੰਦੇ ਹਾਂ ਅਸੀਂ ਪਵਿੱਤਰ ਹੁੰਦੇ ਰਹਿੰਦੇ ਤੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਕਈ ਚੀਜ਼ਾਂ ਤੋਂ ਸਾਨੂੰ ਪਰਮੇਸ਼ਵਰ ਨਜਾਤ ਦਿੰਦਾ। ਸਿਰਫ ਕਾਹਦੇ ਨਾਲ? ਇੱਕ ਧੰਨਵਾਦ ਦੇ ਨਾਲ ਪਰਮੇਸ਼ਵਰ ਦੀਆਂ ਬਰਕਤਾਂ ਸਾਡੇ ਉੱਪਰ ਆਉਂਦੀਆਂ ਹੈਗੀਆਂ। ਅੱਜ ਇੱਕ ਹੋਰ ਆਪਾਂ ਪਰਮੇਸ਼ਵਰ ਦੀ ਇੱਛਾ ਸਿੱਖਾਂਗੇ। प्रभु यीशु मसीह जी परमेश्वर की इच्छा बारे की कहते हैं। बुक ऑफ जॉन चैप्टर 4। यीशु ने उनसे कहा, मेरा भोजन ये है कि मैं अपने भेजने वाले की इच्छा के अनुसार चलूं और उसका काम पूरा करूं। उन्होंने दी की इच्छा है कि मेरा भोजन ये है कि मैं अपने भेजने वाले की इच्छा के अनुसार चलूं और वो चले, क्योंकि पिता परमेश्वर की इच्छा सीगी कि प्रभु यीशु मसीह जी जगत विच जान, कुर्बानी देन, मौत तक को क्रूस तक को वफादार रहन। और प्रभु यीशु ने पिता परमेश्वर की इस इच्छा नूं पूरी कीता। ये कित्थों पता लग्या कि जदों गतसमनी बाग विच प्रभु यीशु मसीह दे उत्ते सारे जगत दे पाप आए तो उस टाइम ते व्याकुल होए। उस टाइम ते उन्हां दी प्रार्थना तो सानू बाइबल चों पता चलदा है कि प्रभु यीशु मसीह ने कहा सीगा कि हे पिता, हो सके तां ये प्याला मेरे तो टल जाए पर मेरी नहीं तेरी इच्छा पूरी होए। ਇਹਦਾ मतलब पिता परमेश्वर ਦੀ ਉਹ ਇੱਛਾ ਸੀਗੀ ਕਿ ਉਹ ਪਿਆਲਾ ਪ੍ਰਭੂ ਯੀਸ਼ੂ ਮਸੀਹ ਨੇ ਪੀਣਾ ਹੀ ਪੀਣਾ ਸੀ। ਅੱਜ ਜਿਹੜੇ ਜਿਹੜੇ ਪਿਆਲੇ ਸਾਡੀ ਜ਼ਿੰਦਗੀ 'ਚ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਨੂੰ ਮੰਨਣ ਵਾਸਤੇ, ਉਹਨਾਂ ਦੇ ਵਚਨ ਤੇ ਚੱਲਣ ਵਾਸਤੇ ਜਿਹੜੇ ਜਿਹੜੇ ਪਿਆਲੇ ਸਾਡੇ ਹੈਗੇ ਅਸੀਂ ਉਹਨਾਂ ਨੂੰ ਪੀਣੇ ਆ। ਸੋ ਪਿਤਾ ਪਰਮੇਸ਼ਵਰ ਦੀ ਇੱਛਾ ਪੂਰੀ ਕਰਨਾ ਹੀ ਸਾਡੀ ਇੱਛਾ होनी चाहिए है, उही साडी रोटी होनी चाहिए, क्योंकि साडे मास्टर, साडे लॉर्ड, साडे सेवियर ने यह किया ते उन्हां दी मानित बनना। और इसनूं किस तरह करना है? बुक ऑफ जॉन 6 च लिखिया हैगा,
मेरे भेजने वाले की इच्छा ये है कि जो कुछ उसने मुझे दिया है उसमें से मैं कुछ ना खोऊं, परंतु उसे अंतिम दिन फिर जिला उठाऊं। क्योंकि मेरे पिता की इच्छा ये है कि जो कोई पुत्र को देखे और उस पर विश्वास करे वह अनंत जीवन पाए, और मैं उसे अंतिम दिन फिर जिला उठाऊंगा। ਹੁਣ ਇਹਦਾ ਕੀ ਮਤਲਬ ਹੈ? ਮੈਂ ਇਹਦੇ ਚ ਦੇਖ ਰਹੀ ਸੀ ਵਚਨ ਚ ਕਿਸੇ ਦਾ ਮੈਸੇਜ ਆਇਆ, ਆਈ ਐਮ ਦ ਬ੍ਰੈਡ ਆਫ ਦ ਲਾਈਫ। ਜਦੋਂ ਆਪਾਂ ਕੀ ਕਰਦੇ ਹਾਂ, ਜਦੋਂ ਇਹ ਵਚਨ ਆਂਦਾ ਆਈ ਐਮ ਦ ਬ੍ਰੈਡ ਆਫ ਦ ਲਾਈਫ, ਏਮਨ ਕਲਿੱਕ ਕੀਤਾ, ਅੱਗੇ ਫਾਰਵਰਡ ਕਰ ਦਿੱਤਾ। ਬਟ ਅਸੀਂ ਇਹ ਨਹੀਂ ਸਿੱਖ ਰਹੇ ਉਸ ਤੋਂ, ਪਰਮੇਸ਼ਵਰ ਨੇ ਜੋ ਮੈਨੂੰ ਸਿਖਾਇਆ ਉਸ ਟਾਈਮ ਤੇ ਕਿ ਆਈ ਐਮ ਦ ਬ੍ਰੈਡ, ਦੈਟ ਮੀਨਸ ਪ੍ਰਭੂ ਯੀਸ਼ੂ ਮੇਰੇ ਕੋਲ ਆਇਆ ਹੈ। ਆਪਾਂ ਉਹਦੇ ਕੋਲੋਂ ਪੁੱਛਣਾ ਕਿ ਮੇਰੇ ਕੋਲ ਕਿਸ ਪਰਪਸ ਦੇ ਨਾਲ ਆਇਆ। ਅਸੀਂ ਇਹ ਇੱਕ ਰੂਟੀਨ ਦੇ ਵਿੱਚ ਆਪਣੇ ਚ ਚੱਲ ਗਿਆ, ਇੱਕ ਆਦਤ ਆਪਣੇ ਚ ਬਣ ਗਈ ਹੈ। ਇਸ ਆਦਤ ਤੋਂ ਆਪਾਂ ਨੇ ਛੁਟਕਾਰਾ ਪਾਣਾ, ਔਰ ਅੱਜ ਜ਼ਰੂਰ ਪ੍ਰਭੂ ਯੀਸ਼ੂ ਸਾਨੂੰ ਛੁਟਕਾਰਾ ਪਾਣਗੇ, ਕਿਉਂਕਿ ਵਚਨ ਸਾਡੇ ਕੋਲ ਆਇਆ। ਤੇ ਕਿਸ ਤਰ੍ਹਾਂ ਵਚਨ ਸਿਖਾ ਰਿਹਾ ਪਰਮੇਸ਼ਵਰ? ਕਿਉਂਕਿ ਮੇਰੇ ਪਿਤਾ की इच्छा ये है जो कोई पुत्र को देखे, ਜਿਹੜਾ ਕੋਈ ਇਸ ਪੁੱਤਰ ਕੌਣ ਹੈ ਇਸ ਟਾਈਮ ਤੇ ਸਾਡੇ ਕੋਲ ਇਹ ਵਚਨ ਹੈਗਾ, और उस पर विश्वास करे वह अनंत जीवन पाए। ਜਿਹੜਾ ਵੀ ਵਚਨ ਸਾਡੇ ਕੋਲ ਆਂਦਾ ਹੈ, ਜਦੋਂ ਅਸੀਂ ਉਹਦੇ ਤੇ ਵਿਸ਼ਵਾਸ ਕਰਦੇ ਆ, ਉਸ ਨੂੰ ਆਪਣੀ ਜ਼ਿੰਦਗੀ ਵਿੱਚ ਲੈਨੇ ਆ, ਉਹਦੇ ਬਾਰੇ ਲਿਖਿਆ ਹੈਗਾ ਕਿ ਮੈਂ ਅੰਤਿਮ ਦਿਨ ਫਿਰ ਜਿਲਾ ਉਠਾਉਂਗਾ, ਉਹ ਅਨੰਤ ਜੀਵਨ ਪਾਏਗਾ। ਜਦੋਂ ਅਸੀਂ ਇਸ ਵਚਨ ਨੂੰ ਮੰਨਾਂਗੇ ਉਸ ਤੋਂ ਬਾਅਦ ਅਨੰਤ ਜੀਵਨ ਸਾਡਾ ਹੈਗਾ, ਤੇ ਵਚਨ ਦੇ ਜ਼ਰੀਏ ਹੀ ਸਾਡੇ ਤੇ ਦੋਸ਼ ਲੱਗਣਾ ਹੈ ਉਸ ਦਿਨ, ਔਰ ਇਹ ਵਚਨ ਹੀ ਸਾਡੇ ਲਈ ਜੀਵਨ ਹੈ। ਜੇ ਅਸੀਂ ਵਚਨ ਨੂੰ ਮੰਨਾਂਗੇ ਤਾਂ ਅਨੰਤ ਜੀਵਨ ਉਸ ਦਿਨ ਜਿਲਾਏ ਜਾਵਾਂਗੇ, ਜੇ ਇਸ ਵਚਨ ਨੂੰ ਨਹੀਂ ਮੰਨਾਂਗੇ ਤਾਂ ਅਨੰਤ ਜੀਵਨ ਉਸ ਜੱਜਮੈਂਟ ਦੇ ਦਿਨ ਇਹ ਵਚਨ ਹੀ ਸਾਨੂੰ ਦੋਸ਼ੀ ਠਹਿਰਾਏਗਾ। ਕਿਉਂਕਿ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ, ਮੈਂ ਕਿਸੇ ਤੇ ਦੋਸ਼ ਨਹੀਂ ਲਗਾਵਾਂਗਾ, ਵਚਨ ਤੁਹਾਡੇ ਉੱਤੇ ਅੰਤਿਮ ਦਿਨ ਤੇ ਦੋਸ਼ ਦਿਲਾਏਗਾ। ਸੋ ਅੱਜ ਜੋ ਸਾਨੂੰ ਪਤਾ ਚੱਲਿਆ ਹੈਗਾ ਕਿ ਪਿਤਾ ਦੀ ਇੱਛਾ ਇਹ ਹੈਗੀ ਕਿ ਜਿਹੜਾ ਕੋਈ ਪੁੱਤਰ ਨੂੰ ਦੇਖੇ, ਜਿਹੜਾ ਇਹ ਵਚਨ ਨੂੰ ਦੇਖੇਗਾ। ਆਪਾਂ ਕਿਵੇਂ ਦੇਖਣਾ? ਜਦੋਂ ਬਾਈਬਲ ਪੜ੍ਹਨੀ ਹੈ, ਇਸ ਵਚਨ ਨੂੰ ਅਲਾਉ ਕਰਨਾ ਕਿ ਵਚਨ ਸਾਨੂੰ ਦੇਖੇ। ਜਦੋਂ ਅਸੀਂ ਇਸ ਨੀਅਤ ਨਾਲ, ਇਸ ਇੱਛਾ ਦੇ ਨਾਲ ਜਾਵਾਂਗੇ ਤਾਂ ਪ੍ਰਭੂ ਜੋ ਇਹ ਵਚਨ ਰੋਸ਼ਨੀ ਹੈ, ਇਸ ਰੋਸ਼ਨੀ ਵਿੱਚ ਅਸੀਂ ਆਪਣੀ ਬੁਰਾਈ ਨੂੰ ਦੇਖ ਸਕਾਂਗੇ। ਕਦੋਂ? ਜਦੋਂ ਅਸੀਂ ਅਲਾਉ ਕਰਾਂਗੇ, ਜਦੋਂ ਅਸੀਂ ਹੰਬਲ ਹੋਵਾਂਗੇ, ਜਦੋਂ ਇਸ ਇੱਛਾ ਨਾਲ ਜਾਵਾਂਗੇ ਕਿ ਅੱਜ ਮੈਂ ਬਾਈਬਲ ਪੜ੍ਹਨ ਲੱਗੀ ਆ, ਬਾਈਬਲ ਚੋਂ ਮੈਨੂੰ ਜ਼ਰੂਰ ਮੇਰੇ ਲਈ ਕੁਝ ਮਿਲੇਗਾ। ਆਪਾਂ ਕੀ ਕਰਦੇ? ਆਪਾਂ ਗਲਤੀ ਕਰ ਜਾਂਦੇ ਆ। ਉਸ ਟਾਈਮ ਤੇ ਜਦੋਂ ਕੋਈ ਮਿਲਦਾ, ਆਪਾਂ ਦੇ ਸਾਹਮਣੇ ਸੋਚ ਦੇ ਹਿਸਾਬ ਨਾਲ ਦੂਸਰਾ ਬੰਦਾ ਪਹਿਲਾਂ ਅੱਗੇ ਆਂਦਾ, ਉੱਥੇ ਆਪਾਂ ਵਚਨ ਦੇ ਅਕੋਰਡਿੰਗ ਦੋਸ਼ੀ ਠਹਿਰਾਏ ਜਾਂਦੇ। ਰਾਈਟ ਅਵੇ ਵਚਨ ਸਾਨੂੰ ਦੋਸ਼ੀ ਠਹਿਰਾ ਦਿੰਦਾ, ਕਿਉਂਕਿ ਵਚਨ 'ਚ ਲਿਖਿਆ ਕਿਸੇ ਤੇ ਦੋਸ਼ ਨਾ ਲਗਾਓ। ਫॉर ਐਗਜ਼ਾਮਪਲ, ਗੁੱਸੇ ਦਾ ਕੋਈ ਹੈਗਾ, ਇੱਕ ਜਗ੍ਹਾ ਤੇ ਲਿਖਿਆ ਹੋਇਆ ਤੂੰ ਖੁਦ ਚੋਰੀ ਨਾ ਕਰੋ, ਔਰ ਇੱਕ ਜਗ੍ਹਾ ਤੇ ਲਿਖਿਆ ਕਿ ਤੂੰ ਚੋਰੀ ਕਰਦਾ ਹੈ, ਦੂਜਿਆਂ ਨੂੰ ਕਹਿੰਦਾ ਚੋਰੀ ਨਾ ਕਰ। ਮੈਂ ਇਸੇ ਆਪਣੀ ਐਗਜ਼ਾਮਪਲ ਦੱਸਦੀ ਹਾਂ। ਕਈ ਸਾਲ ਪਹਿਲਾਂ ਇਹ ਮੈਂ ਇੱਕ ਵਾਰੀ ਘਰ 'ਚ ਕਿਸੇ ਨੇ ਮੇਰੇ ਪੈਸੇ ਪਏ ਸੀ, ਉਸ ਚੱਕੇ ਮੇਰੇ ਬੇਟੇ ਨੇ, ਔਰ ਇੱਕਦਮ ਮੇਰੇ ਕੋਲ ਹੋਇਆ ਕਿ ਤੂੰ ਇਹ ਕਿਉਂ ਚੁੱਕੇ। ਉਹਨੇ ਨਹੀਂ ਦੱਸਿਆ, ਕਿਸੇ ਕਾਰਨ ਵੀ ਨਹੀਂ ਦੱਸਿਆ, ਪਰ ਉਹਨੇ ਬਾਅਦ ਚੋਂ ਦੱਸਿਆ। ਉਸ ਤੋਂ ਬਾਅਦ ਇੱਕ ਦਿਨ ਇਸੇ ਤਰ੍ਹਾਂ ਮੈਂ ਆਪਣੇ ਹਸਬੈਂਡ ਦੇ ਬੈਗ ਦੇ ਵਿੱਚੋਂ, ਪਰਸ ਦੇ ਵਿੱਚੋਂ ਪੈਸੇ ਕੱਢੇ ਕਿ ਸਵੇਰੇ ਮੈਨੂੰ ਮੰਗਣ ਦੀ ਲੋੜ ਨਹੀਂ ਪਏਗੀ, ਮੈਂ ਕੰਮ ਤੇ ਜਾਣਾ ਇਸ ਪਰਪਸ ਦੇ ਨਾਲ। ਅਗਲੇ ਦਿਨ ਮੈਂ, ਪਰ ਉਹਨਾਂ ਨੂੰ ਨਹੀਂ ਦੱਸਿਆ, ਨਾ ਉਹਨਾਂ ਤੋਂ ਪੁੱਛਿਆ। ਅਗਲੇ ਦਿਨ ਸਵੇਰੇ ਮੈਂ ਉੱਠੀ, ਬੁੱਕ ਆਫ ਰੋਮਨ ਦੇ ਵਿੱਚੋਂ ਨਿਕਲਿਆ ਵਚਨ ਕਿ ਤੂੰ ਦੂਜਿਆਂ ਨੂੰ ਕਹਿੰਦਾ ਚੋਰੀ ਨਹੀਂ ਕਰ, ਤੂੰ ਖੁਦ ਚੋਰੀ ਕਰਦਾ। ਕਿ ਜੇ ਹਸਬੈਂਡ ਨਾਲ ਨਹੀਂ ਗੱਲ ਕੀਤੀ, ਉਹ ਵੀ ਪਰਮੇਸ਼ਵਰ ਇੰਨੇ ਪਵਿੱਤਰ ਹੈ, ਇਸ ਵਚਨ ਦੀ ਰੋਸ਼ਨੀ ਦੇ ਵਿੱਚ ਸਾਡਾ ਛੋਟੇ ਤੋਂ ਛੋਟਾ ਗੁਨਾਹ ਵੀ ਪਰਮੇਸ਼ਵਰ ਸਾਹਮਣੇ ਲੈ ਕੇ ਆਂਦੇ। ਕਿਉਂ? ਕਿਉਂਕਿ ਸਾਨੂੰ ਪਿਆਰ ਕਰਦੇ ਆ। ਇਸ ਪਵਿੱਤਰਤਾ ਤੋਂ ਬਿਨਾਂ ਅਸੀਂ ਪਰਮੇਸ਼ਵਰ ਦੇ ਸਾਹਮਣੇ ਨਹੀਂ ਆ ਸਕਦੇ। ਤੇ ਜੇ ਵਚਨ ਨੂੰ ਸੁਣ ਕੇ ਉਸੇ ਟਾਈਮ ਤੇ ਪਰਮੇਸ਼ਵਰ ਦੀ ਦਇਆ ਨਾਲ ਮਾਫੀ ਮੰਗੀ ਤਾਂ ਉਹ ਗੁਨਾਹ ਮੇਰਾ ਮਾਫ ਹੋਇਆ। ਤੇ ਪਰਮੇਸ਼ਵਰ ਦਾ ਕਿੰਨਾ ਧੰਨਵਾਦ ਕਰਦੇ ਆ ਕਿ ਜੇ ਅਸੀਂ ਇਸ ਵਚਨ ਨੂੰ ਅਲਾਉ ਕਰਦੇ ਆ ਕਿ ਸਾਡੇ ਜ਼ਿੰਦਗੀ 'ਚ ਕੰਮ ਕਰੇ, ਪਰਮੇਸ਼ਵਰ ਜ਼ਰੂਰ ਇਸ ਵਚਨ ਦੇ ਰਾਹੀਂ ਸਾਡੇ ਆਪਣੇ ਗੁਨਾਹ ਸਾਨੂੰ ਦਿਖਾਉਂਦੇ ਆ ਔਰ ਉਹਨਾਂ ਤੋਂ ਬਚਾਉਂਦੇ ਹੈਗੇ ਆ। ਤੇ ਅੱਜ ਵੀ ਅਸੀਂ ਮੰਗਦੇ ਆ ਕਿ ਪਰਮੇਸ਼ਵਰ ਜੋ ਹੈਗੇ ਪਵਿੱਤਰ ਪਰਮੇਸ਼ਵਰ ਹੈ, ਇਸ ਪਰਮੇਸ਼ਵਰ ਦੀ ਆਪਾਂ ਸਤੁਤੀ ਕਰਦੇ ਆ, ਆਰਾਧਨਾ ਕਰਦੇ ਆ, ਔਰ ਇਸ ਪਰਮੇਸ਼ਵਰ ਕੋਲ ਮੰਗਦੇ ਆ ਕਿ हे ਪਰਮੇਸ਼ਵਰ ਆਪਣੀ ਇੱਛਾ ਨੂੰ ਪੂਰੀ ਕਰਨ ਦੀ ਸਾਨੂੰ ਸਮਰਥ ਬਖਸ਼, ਜਿਸ ਤਰ੍ਹਾਂ ਫਜ਼ਲ ਕਰ ਕਿ ਅਸੀਂ ਤੇਰੀ ਇੱਛਾ ਨੂੰ ਪੂਰੀ ਕਰ ਸਕੀਏ।
अब्बा पिता हर पल रहे तू संग मेरे सदा। अब्बा पिता मेरे, अब्बा पिता हर पल रहे तू संग मेरे सदा, मेरे सदा, मेरे सदा। अब्बा पिता। मन की है इच्छा मेरे अब्बा पिता, मन की है इच्छा मेरे अब्बा पिता, अब्बा पिता। मन की है इच्छा मेरे अब्बा पिता, पूरी करूं मैं तेरी इच्छा पिता। अब्बा पिता मेरे, अब्बा पिता हर पल रहे तू संग मेरे सदा, मेरे सदा। नफरत बुराई से करता अब्बा पिता, नफरत बुराई से करता अब्बा पिता। फजल से मुझको बचा ले अब्बा पिता, फजल से मुझको बचा ले अब्बा पिता। अब्बा पिता मेरे, अब्बा पिता हर पल रहे तू संग मेरे सदा, मेरे सदा। मांगू ना सोना और न मांगू चांदी, मांगू ना सोना और न मांगू चांदी, और न मांगू चांदी। वचनों से भर दे मुझको अब्बा पिता, वचनों से भर दे मुझको अब्बा पिता। अब्बा पिता मेरे, अब्बा पिता हर पल रहे तू संग मेरे सदा, मेरे सदा। सारे जहां का मालिक अब्बा पिता, सारे जहां का मालिक अब्बा पिता, अब्बा पिता। सारे जहां का मालिक, सारे जहां का मालिक, सारे जहां का मालिक अब्बा पिता मेरे, अब्बा पिता। सारे जहां का मालिक अब्बा पिता। आत्मा से भर दे मुझको अब्बा पिता, आत्मा से भर दे मुझको अब्बा पिता। सारे जहां का मालिक अब्बा पिता, आत्मा से भर दे मुझको अब्बा पिता। अब्बा पिता मेरे, अब्बा पिता हर पल रहे तू संग मेरे सदा। आत्मा से भर दे मुझको अब्बा पिता,
आत्मा से भर दे मुझको अब्बा पिता, संग अपने मुझको चला तू अब्बा पिता, संग अपने मुझको चला तू अब्बा पिता। अब्बा पिता मेरे अब्बा पिता, हर पल रहे तू संग मेरे सदा, मेरे सदा, मेरे सदा। अब्बा पिता मेरे सदा, अब्बा पिता मेरे सदा, मेरे अब्बा पिता। थैंक यू लॉर्ड, थैंक यू लॉर्ड। शुक्र हो तेरा यहोवा, शुक्र हो तेरा, शुक्र हो तेरा यहोवा, शुक्र हो तेरा, शुक्र हो तेरा यहोवा, शुक्र हो तेरा, शुक्र हो तेरा यहोवा, शुक्र हो तेरा। तू दयालु तू कृपालु तू महान है, तू दयालु तू कृपालु तू महान है। दया विच महान क्रोध विच धीरजवान है, क्रोध विच धीरजवान है। शुक्र हो तेरा यहोवा, शुक्र हो तेरा, शुक्र हो तेरा यहोवा, शुक्र हो तेरा। तू ही धर्मी तू न्यायी दयावान है, तू ही धर्मी तू न्यायी दयावान है। उस्तत योग परमेश्वर तू तेजवान है, तू तेजवान है। शुक्र हो तेरा यहोवा, शुक्र हो तेरा, शुक्र हो तेरा यहोवा, शुक्र हो तेरा। कुदरत वाला परमेश्वर अनादि अनंत है, कुदरत वाला परमेश्वर अनादि अनंत है। उस्तत योग परमेश्वर तेरी महानता गम है, महानता गम है। शुक्र हो तेरा यहोवा, शुक्र हो तेरा, शुक्र हो तेरा यहोवा, शुक्र हो तेरा। रहमती यहोवा, रहमती यहोवा परमेश्वर भला है। पवित्र तेरा नाम तू मुबारक खुदा है, तू मुबारक खुदा है। शुक्र हो तेरा यहोवा, शुक्र हो तेरा, शुक्र हो तेरा यहोवा, शुक्र हो तेरा, शुक्र हो तेरा, शुक्र हो तेरा। थैंक यू फादर। प्रभु यीशु मसीह नासरी दे नाम नाल हे पिता परमेश्वर ਧੰਨਵਾਦ ਕਰਦੇ ਹਾਂ। ਜੇ ਤੁਸੀਂ ਸਾਡੇ ਪਰਮੇਸ਼ਵਰ ਨਾ ਹੋਵੋ ਤਾਂ ਪ੍ਰਭੂ ਇਨਸਾਨ ਅਸੀਂ ਕਿੱਥੇ ਜਾਵਾਂਗੇ। ਜੀਵਨ ਦੇ ਵਚਨ ਸਿਰਫ ਤੁਹਾਡੇ ਕੋਲ ਹੈ ਖੁਦਾਵੰਦ। लॉर्ड ਅਸੀਂ ਆਪਣੀਆਂ ਜ਼ਿੰਦਗੀਆਂ ਵੱਲ ਦੇਖੀਏ ਖੁਦਾਵੰਦ, ਤੁਸੀਂ ਕਿਹੜੀ ਜਗ੍ਹਾ ਤੋਂ ਚੱਕ ਕੇ ਕਿੱਥੋਂ ਤੱਕ ਲੈ ਕੇ ਆਏ ਹੋ। ਤੁਹਾਡੀ ਕਿਰਪਾ ਵਾਸਤੇ, ਤੁਹਾਡੀ ਦਇਆ ਵਾਸਤੇ ਧੰਨਵਾਦ ਕਰਦੇ ਹਾਂ हे पिता परमेश्वर। बार बार सिखा के बार बार डिगदे हैं फिर तुसी उठाने हो खुदावंद। और प्रभु तुसी सानू अपने रस्ते ते चलण च सामर्थ बख्श रहे हो खुदावंद, मदद कर रहे हो। सब दे लई तुहाडा शुक्र करदे आ खुदावंद। पाप तो निकाल के खुदावंद अपने पुत्र दी इमेज विच
ਗਲੋਰੀ ਟੂ ਗਲੋਰੀ ਸਾਨੂੰ ਬਦਲ ਰਹੇ ਹੋ। ਸਭ ਦੇ ਲਈ ਤੁਹਾਡਾ ਸ਼ੁਕਰ ਕਰਦੇ ਹਾਂ ਪਿਤਾ ਪਰਮੇਸ਼ਵਰ, ਤੁਹਾਡਾ ਧੰਨਵਾਦ ਕਰਦੇ ਹਾਂ। हे ਖੁਦਾਵੰਦ, ਅੱਜ ਜੋ ਤੁਹਾਡਾ ਵਚਨ ਆਇਆ, ਜੋ ਪ੍ਰਭੂ ਯੀਸ਼ੂ ਮਸੀਹ ਜੀ ਆਪ ਹੈ ਖੁਦਾਵੰਦ, ਸਾਨੂੰ ਅੱਖਾਂ ਦਿਓ ਕਿ ਅਸੀਂ ਇਸ ਵਚਨ ਨੂੰ ਦੇਖ ਸਕੀਏ ਖੁਦਾਵੰਦ। ਅਸੀਂ ਆਪਣੇ ਸਰੀਰ ਨੂੰ ਵਿੱਚ ਨਾ ਲੈ ਕੇ ਆਈਏ, ਆਪਣੀ ਮੈਂ ਨੂੰ ਵਿੱਚ ਨਾ ਲੈ ਕੇ ਆਈਏ, ਬਲਕਿ ਇਹ ਵਚਨ ਸਾਨੂੰ ਦੇਖੇ ਔਰ ਇਸ ਵਚਨ ਦੀ ਰੋਸ਼ਨੀ ਦੇ ਵਿੱਚ ਅੱਜ ਖੁਦਾਵੰਦ ਅਸੀਂ ਆਪਣੀ ਜ਼ਿੰਦਗੀਆਂ ਨੂੰ ਦੇਖ ਸਕੀਏ, ਆਪਣੇ ਦਾਗ ਧੱਬਿਆਂ ਨੂੰ ਦੇਖ ਸਕੀਏ, ਤਾਂ ਕਿ ਪਵਿੱਤਰ ਆਤਮਾ ਜੀ ਦੀ ਸਹਾਇਤਾ ਔਰ ਵਚਨ ਦੀ ਸਹਾਇਤਾ ਦੇ ਨਾਲ ਅਸੀਂ ਆਪਣੇ ਆਪ ਨੂੰ ਜਾਂਚ ਲਈਏ ਔਰ ਤਾਂ ਕਿ ਜੱਜਮੈਂਟ ਦੇ ਦਿਨ ਅਸੀਂ ਵਚਨ ਦੇ ਦੁਆਰਾ ਨਾ ਜਾਂਚ ਜਾਈਏ, ਤੁਹਾਡੇ ਮਹਿਮਾ ਦਾ ਕਾਰਨ ਬਣੀਏ ਖੁਦਾਵੰਦ। ਫਜ਼ਲ ਬਖਸ਼ਦਿਆਂ ਖੁਦਾਵੰਦ, ਨਮਰਤਾ ਦਾ ਆਤਮਾ ਬਖਸ਼ੋ ਸਾਨੂੰ ਸਾਰਿਆਂ ਨੂੰ। ਤੁਹਾਡੇ ਫਜ਼ਲ ਵਾਸਤੇ ਤੁਹਾਡਾ ਧੰਨਵਾਦ ਕਰਦੇ ਹਾਂ, ਹਰ ਚੀਜ਼ ਵਾਸਤੇ ਸ਼ੁਕਰ ਕਰਦੇ ਹਾਂ ਪ੍ਰਭੂ ਯੀਸ਼ੂ ਦੇ ਨਾਮ ਨਾਲ, ਆਮੀਨ ਆਮੀਨ। ਪ੍ਰੇਜ਼ ਦੀ ਲਾਰਡ। ਜਿਵੇਂ ਉਹਨੇ ਅਸੀਂ ਭਜਨ ਚ ਕੀ ਸੁਣਿਆ ਕਿ ਰਹਿਮਤੀ ਯਹੋਵਾ ਪਰਮੇਸ਼ਵਰ ਭਲਾ ਹੈ, ਪਵਿੱਤਰ ਤੇਰਾ ਨਾਮ, ਤੂੰ ਮੁਬਾਰਕ ਖੁਦਾ ਹੈ। ਅਸੀਂ ਉਸ ਪਰਮੇਸ਼ਵਰ ਦੇ ਹੱਥੇ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਜਿਹੜਾ ਪਵਿੱਤਰ ਹੈ, ਜਿਹੜਾ ਮੁਬਾਰਕ ਹੈ, ਜਿਨੇ ਤੁਹਾਡੀ ਤੇ ਮੇਰੀ ਰਚਨਾ ਕੀਤੀ, ਜਿਨੇ ਤੁਹਾਨੂੰ ਤੇ ਮੈਨੂੰ ਕਿਸ ਕਰਕੇ ਬਣਾਇਆ ਕਿ ਅਸੀਂ ਉਹਨਾਂ ਦੀ ਬਾਦਸ਼ਾਹਤ ਸ਼ਾਮਲ ਹੋ ਸਕੀਏ ਤੇ ਉਹਨਾਂ ਦੀ ਬਾਦਸ਼ਾਹਤ ਨੂੰ ਕਿਵੇਂ ਅੱਗੇ ਵਧਾਣਾ ਹੈ, ਅੱਜ ਉਹਦੇ ਬਾਰੇ ਸਿੱਖਾਂਗੇ ਅਸੀਂ। ਉਸ ਤੋਂ ਪਹਿਲੇ ਅਸੀਂ ਦੱਸ ਦਿੰਦੇ ਹਾਂ ਕਿ ਕੱਲ ਜਿਹੜਾ ਸਾਡਾ ਪ੍ਰਚਾਰ ਸੀਗਾ ਉਹ ਸੀਗਾ ਹਾਊ ਵੈਲ ਡੂ ਵੀ ਹੀਅਰ ਐਂਡ ਹਾਊ ਵੈਲ ਡੂ ਵੀ ਸੀ। ਆਪਾਂ ਆਪਣੇ ਦੁਨਿਆਵੀ ਅੱਖਾਂ ਨਾਲ, ਦੁਨਿਆਵੀ ਕੰਨਾਂ ਨਾਲ ਜਦੋਂ ਚੀਜ਼ਾਂ ਨੂੰ ਦੇਖਦੇ ਆ, ਉਹਨਾਂ ਨੂੰ ਸਮਝਦੇ ਆ, ਉਹਨਾਂ ਨੂੰ ਪਰਖਦੇ ਆ, ਤੇ ਜੇ ਤਾਂ ਅਸੀਂ ਪਰਮੇਸ਼ਵਰ ਦੇ ਵਚਨ ਦੇ ਚੱਲਣ ਵਾਲੇ ਲੋਕ ਹੈਗੇ ਆ ਤੇ ਜਿਵੇਂ ਪਰਮੇਸ਼ਵਰ ਸਾਨੂੰ ਦੇਖਣ ਨੂੰ ਕਹਿੰਦੇ ਨੇ, ਪਰਮੇਸ਼ਵਰ ਸਾਨੂੰ ਸਮਝਣ ਨੂੰ ਕਹਿੰਦੇ ਨੇ, ਸਾਡੀ ਸਮਝ ਪਰਮੇਸ਼ਵਰ ਉਸ ਤਰ੍ਹਾਂ ਖੋਲਦੇ ਨੇ। ਸਾਡਾ ਜਿਹੜਾ ਨਜ਼ਰੀਆ ਹੁੰਦਾ ਦੇਖਣ ਦਾ, ਉਹ ਪਰਮੇਸ਼ਵਰ ਦੇ ਨਜ਼ਰੀਏ ਦੇ ਨਾਲ ਮੇਲ ਖਾਂਦਾ। ਨਹੀਂ ਤਾਂ ਆਪਾਂ ਦੁਨਿਆਵੀ ਤਰੀਕੇ ਨਾਲ ਦੇਖਦੇ ਆ, ਉਹਦੇ ਚ ਕੀ ਹੈ, ਸਵਾਰਥ ਹੈਗਾ, ਪ੍ਰੇਮ ਤੋਂ ਦੂਰ ਹੋਣੇ ਆ। ਆਪਾਂ ਕੀ ਹੈ, ਉਂਗਲੀ ਉਠਾਉਣ ਵਾਲੇ ਹੋਣੇ ਆ, ਮਦਦ ਕਰਨ ਵਾਲੇ ਨਹੀਂ ਹੁੰਦੇ। ਆਪਾਂ ਉਹ 98% ਦੇ ਵਿੱਚ ਹੋਣੇ ਆ ਜਿਹੜਾ ਨੇ ਦਿਲਾਂ ਨੂੰ ਆਪਣਿਆਂ ਨੂੰ ਕੀ ਕੀਤਾ ਹੋਇਆ, ਸਖਤ ਕੀਤਾ ਹੋਇਆ। ਪਰ ਜਿਹੜੇ ਪਰਮੇਸ਼ਵਰ ਦੇ ਫਰਜ਼ੰਦ ਹੈਗੇ ਨੇ, ਉਹਨਾਂ ਦਾ ਦਿਲ ਪਰਮੇਸ਼ਵਰ ਪੱਥਰ ਦਾ ਨਿਕਾਲ ਕੇ ਵਚਨ ਕਹਿੰਦਾ ਕਿ ਉਹ ਸਾਨੂੰ ਮਾਸ ਦਾ ਦਿਲ ਦਿੰਦੇ ਨੇ, ਜਿਹੜਾ ਕਿਸੇ ਦੇ ਦੁੱਖ ਸੁੱਖ ਵਿੱਚ ਰੋ ਸਕਦਾ ਹੈ, ਪ੍ਰਾਰਥਨਾ ਕਰ ਸਕਦਾ ਹੈ, ਮਦਦ ਕਰ ਸਕਦਾ ਹੈਗਾ, ਸਹਾਨੁਭੂਤੀ ਦੇ ਸਕਦਾ ਹੈਗਾ। ਪਰਮੇਸ਼ਵਰ ਨੇ ਸਾਨੂੰ ਆਪਣੇ ਬੇਟੇ ਤੇ ਬੇਟੀਆਂ ਬਣਾਇਆ। ਉਹ ਹਿਸਾਬ ਨਾਲ ਅਸੀਂ ਜਦੋਂ ਮਸੀਹ 'ਚ ਆ ਜਾਂਦੇ ਆ, ਇੱਕ ਦੂਸਰੇ ਨੂੰ ਭੈਣ ਭਰਾ ਕਹਿੰਦੇ ਆ। ਤੇ ਕਿਆ ਅਸੀਂ ਉਸ ਭੈਣ ਜਾਂ ਭਰਾ ਦਾ ਜਿਹੜਾ ਰਿਸ਼ਤਾ ਹੈਗਾ ਉਹਦੀ ਇੱਜ਼ਤ ਰੱਖਨੇ ਆ, ਕਿ ਸਿਰਫ ਅਸੀਂ ਜਿਹੜੇ ਸਾਡੇ ਜਿਵੇਂ ਆਪਣਾ ਰੀਅਲ ਬ੍ਰਦਰ ਐਂਡ ਸਿਸਟਰ ਹੈਗੇ ਨੇ ਉਹਨਾਂ ਦਾ ਹੀ ਸੋਚੀ ਜਾਂਦੇ ਆ? ਕਿਉਂਕਿ ਜਦੋਂ ਪ੍ਰਭੂ ਯਿਸੂ ਮਸੀਹ ਨੇ ਆ ਕੇ ਕਿਸੇ ਨੇ ਕਿਹਾ, ਜਦੋਂ ਇੱਕ ਸਭਾ ਦੇ ਦੌਰਾਨ ਸੀਗੇ ਕਿ ਬਾਹਰ ਤੇਰੀ ਮਾਂ ਤੇ ਤੇਰਾ ਭੈਣ ਭਰਾ ਉਡੀਕਦੇ ਨੇ, ਤਾਂ ਉਹਨਾਂ ਨੇ ਕੀ ਕਿਹਾ ਸੀ, ਮੇਰੀ ਮਾਂ ਤੇ ਮੇਰੀ ਭੈਣ ਭਰਾ ਹੈਗੇ ਨੇ ਜਿਹੜਾ ਪਰਮੇਸ਼ਵਰ ਦਾ ਵਚਨ ਸੁਣਦੇ ਨੇ। ਤੇ ਇਸ ਕਰਕੇ ਤੁਹਾਡਾ ਤੇ ਸਾਡਾ ਜਿਹੜਾ ਰਿਸ਼ਤਾ ਹੈਗਾ ਉਹ ਪਰਮੇਸ਼ਵਰ ਨੇ ਮੁਕਰਰ ਕੀਤਾ, ਕਿਉਂਕਿ ਤੁਸੀਂ ਵੀ ਪਿਤਾ ਪਰਮੇਸ਼ਵਰ ਨੂੰ ਮੰਨਦੇ ਹੋ, ਪ੍ਰਭੂ ਯਿਸੂ ਮਸੀਹ ਨੂੰ ਤੁਸੀਂ ਆਪਣਾ ਮੁਕਤੀਦਾਤਾ ਬਣਾਇਆ, ਤਾਈਓ ਸੁਣ ਰਹੇ ਹੋ, ਜਾਂ ਮੁਕਤੀਦਾਤਾ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਸੁਣ ਰਹੇ ਹੋ। ਪਰਮੇਸ਼ਵਰ ਦਾ ਸ਼ੁਕਰ ਕਰਨਾ ਤੁਹਾਡੇ ਵਾਸਤੇ ਕਿ ਅੱਜ ਤੁਸੀਂ ਇਸ ਪ੍ਰੋਗਰਾਮ ਜੀਸਸ ਇਜ਼ ਲਾਰਡ ਕ੍ਰੀਏਟਰ ਤੁਸੀਂ ਸ਼ਾਮਲ ਹੋ ਪਾਏ ਜਾਂ ਹੋਵੋਗੇ ਬਾਅਦ ਵਿੱਚ। ਇਹ ਪ੍ਰੋਗਰਾਮ ਅਸੀਂ ਰੋਜ਼ 12 ਵਜੇ ਟੋਰਾਂਟੋ ਟਾਈਮ 7 ਦਿਨ ਲੈ ਕੇ ਆਉਂਦੇ ਆ, ਤੇ ਅਸੀਂ ਸਾਰੇ ਮਿਲ ਕੇ ਇਕੱਠੇ ਹੋ ਕੇ ਪਰਮੇਸ਼ਵਰ ਦੇ, ਤੁਸੀਂ ਵੀ ਸਿੱਖਦੇ ਹੋ ਤੇ ਮੈਂ ਵੀ ਸਿੱਖਦਾ, ਅਸੀਂ ਮਿਲ ਕੇ ਸਿੱਖਦੇ ਹਾਂ ਕਿ ਪਰਮੇਸ਼ਵਰ ਸਾਡੇ ਤੋਂ ਕੀ ਚਾਹੁੰਦੇ ਨੇ। ਅੱਜ ਦਾ ਜਿਹੜਾ ਆਪਣਾ ਪ੍ਰਚਾਰ ਹੈਗਾ ਉਹਨੂੰ ਪਰਮੇਸ਼ਵਰ ਦੇ ਵਚਨ ਵਿੱਚ ਕੀ ਕਹਿੰਦੇ ਨੇ, ਗ੍ਰੇਟ ਕਮਿਸ਼ਨ, ਵੱਡਾ ਕੰਮ ਕਹਿੰਦੇ ਨੇ।
ਇਹ ਆਪਾਂ ਮੈਥਿਊ 'ਚ ਵੀ ਹੈਗਾ, ਮਾਰਕ 'ਚ ਵੀ ਹੈਗਾ, ਲੂਕ 'ਚ ਵੀ ਹੈਗਾ, ਪਰ ਆਪਾਂ ਮਤੀ ਦੇਖਾਂਗੇ। ਮਤੀ ਦਾ ਆਖਰੀ ਅਧਿਆਏ 28ਵਾਂ, ਉਹਦੇ ਆਖਰੀ 2 ਵਰਸ ਵਿੱਚ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਇੱਕ ਐਸੀ ਗੱਲ ਕਹੀ ਹੈ ਜਿਹੜਾ ਇੱਕ ਹੁਕਮ ਹੈਗਾ, ਪਰ ਬਹੁਤ ਸਾਰੇ ਲੋਕ ਉਹਨੂੰ ਇੱਕ ਚੋਇਸ ਲੈਂਦੇ ਨੇ। ਆਪਾਂ ਉਸੇ ਸਮਝਣਾ ਬਹੁਤ ਜ਼ਰੂਰੀ ਹੈ। ਜਿਵੇਂ ਆਪਾਂ ਕਈ ਵਾਰੀ ਗੱਲ ਕਰਦੇ ਹਾਂ, ਇਜ਼ਾਇਆ ਦੇ 1:3 ਵਿੱਚ ਕੀ ਲਿਖਿਆ ਹੈ ਕਿ ਇੱਕ ਗਧੇ ਨੂੰ ਪਤਾ ਹੈ ਕਿ ਉਹਦਾ ਮਾਲਿਕ ਕੌਣ ਹੈ, ਇੱਕ ਬੈਲ ਨੂੰ ਪਤਾ ਹੈ ਕਿ ਉਹਦਾ ਮਾਲਿਕ ਕੌਣ ਹੈ, ਪਰ ਅਸੀਂ ਨਹੀਂ ਪਹਿਚਾਨ ਪਾਉਂਦੇ। ਅਸੀਂ ਪ੍ਰਭੂ ਪ੍ਰਭੂ ਮੂੰਹ ਤੋਂ ਤਾਂ ਕਹਿੰਦੇ ਆ, ਪਰ ਸਾਡਾ ਦਿਲ ਕਈ ਵਾਰੀ ਪ੍ਰਭੂ ਤੋਂ ਬਹੁਤ ਦੂਰ ਹੁੰਦਾ। ਤਾਈਓ ਪਰਮੇਸ਼ਰ ਪੁੱਛਦੇ ਨੇ ਕਿ ਜੇ ਤੂੰ ਮੈਨੂੰ ਪਿਤਾ ਮੰਨਣਾ ਹੈ ਤੇ ਮੇਰੀ ਇੱਜ਼ਤ ਕਿੱਥੇ ਹੈਗੀ ਹੈ? ਤੂੰ ਮੈਨੂੰ ਬਾਪ ਕਹਿਣਾ ਹੈ ਤੇ ਕਿਆ ਤੂੰ ਮੇਰੀ ਇੱਜ਼ਤ ਕਰਨਾ ਹੈ, ਮੇਰੇ ਹੁਕਮਾਂ ਤੇ ਚੱਲਣਾ ਹੈ? ਜੇ ਤੂੰ ਮੈਨੂੰ ਮਾਲਿਕ ਕਹਿਣਾ ਹੈ ਤੇ ਮੇਰਾ ਡਰ ਕਿੱਥੇ ਹੈਗਾ? ਕਿਉਂਕਿ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਕਿ ਪਰਮੇਸ਼ਵਰ ਦਾ ਡਰ ਹੀ ਬੁੱਧੀ ਦੀ ਸ਼ੁਰੂਆਤ ਹੈ। ਤੇ ਜਿਹੜੇ ਲੋਕ ਪਰਮੇਸ਼ਵਰ ਦੇ ਡਰ ਵਿੱਚ ਬਣੇ ਰਹਿੰਦੇ ਨੇ, ਉਹ ਪਰਮੇਸ਼ਵਰ ਦੇ ਦਿਲ ਦੇ ਨਜ਼ਦੀਕ ਹੁੰਦੇ ਨੇ। ਤੇ ਮੇਰਾ ਪੱਕਾ ਵਿਸ਼ਵਾਸ ਹੈ ਕਿ ਆਪਾਂ ਸਾਰੇ ਚਾਹੁੰਦੇ ਆ ਕਿ ਅਸੀਂ ਪਰਮੇਸ਼ਵਰ ਦੇ ਦਿਲ ਦੇ ਨਜ਼ਦੀਕ ਹੋਈਏ। ਤੇ ਆਓ ਵਚਨ ਜੋ ਦੇਖਦੇ ਆ ਕਿ ਪ੍ਰਭੂ ਯਿਸੂ ਮਸੀਹ ਨੇ ਜਿਹੜਾ ਵੱਡਾ ਕੰਮ ਸਾਨੂੰ ਕਰਨ ਵਾਸਤੇ ਕਿਹਾ ਸੀ, ਉਹ ਵੱਡਾ ਕੰਮ ਕੀ ਹੈਗਾ? ਹਾਂਜੀ, 28:18-20। यीशु ने उनके पास आकर कहा, स्वर्ग और पृथ्वी का सारा अधिकार मुझे दिया गया है, इसलिए तुम जाओ, सब जातियों के लोगों को चेला बनाओ और उन्हें पिता और पुत्र और पवित्र आत्मा के नाम से बपतिस्मा दो और उन्हें सब बातें जो मैंने तुम्हें आज्ञा दी है मानना सिखाओ, और देखो मैं जगत के अंत तक सदा तुम्हारे संग हूँ। आमीन। ਇਹਨੇ ਜੇ ਆਪਾਂ 5-7 ਚੀਜ਼ਾਂ ਦੇਖਾਂਗੇ। ਇਹ ਪਰਮੇਸ਼ਵਰ ਦੀ ਦਇਆ ਹੈਗੀ ਹੈ ਕਿ ਇੰਨਾ ਵੱਡਾ ਕੰਮ ਪਰਮੇਸ਼ਵਰ ਨੇ ਸਾਨੂੰ ਸੌਂਪਿਆ। ਕਈ ਵਾਰ ਜਦੋਂ ਅਸੀਂ ਇੱਕ ਗਰੁੱਪ ਵਿੱਚ ਹੁੰਦੇ ਆ ਤੇ ਗਰੁੱਪ ਦਾ ਲੀਡਰ ਜੇ 25 ਬੰਦੇ ਖੜੇ ਨੇ, 25 ਚੋਂ ਜੇ ਤੁਹਾਨੂੰ ਆਵਾਜ਼ ਮਾਰ ਕੇ ਕਵੇ ਵੀ ਅੱਜ ਕੰਮ ਤੂੰ ਕਰਨਾ ਹੈ, ਤੇ ਤੁਹਾਡੇ ਵਾਸਤੇ ਇੱਕ ਸਨਮਾਨ ਦਾ ਕੰਮ ਹੁੰਦਾ, ਇੱਜ਼ਤ ਦਾ ਕੰਮ ਹੁੰਦਾ ਕਿ ਦੇਖੋ 20 ਬੰਦੇ ਖਲੋਤੇ ਸੀ, 20 ਚ ਉਹਨਾਂ ਨੇ ਕਿਹੜੇ ਮੈਨੂੰ ਆਵਾਜ਼ ਮਾਰ ਕੇ ਕਿਹਾ ਜੀ ਕਿ ਤੂੰ ਫਲਾਣਾ ਕੰਮ ਦੇਖਣਾ। ਪਰ ਸਾਨੂੰ ਸਵਰਗੀ ਪਿਤਾ ਨੇ, ਸਾਡੇ ਮੁਕਤੀਦਾਤਾ ਨੇ, ਜਿਨ੍ਹਾਂ ਨੇ ਸਾਡੇ ਵਾਸਤੇ ਆਪਣੇ ਪ੍ਰਾਣ ਦਿੱਤੇ, ਸਾਨੂੰ ਇਹ ਹੁਕਮ ਦਿੱਤਾ ਹੈ। ਇਹ ਕੀ ਹੈ? ਇਹਨੂੰ ਆਪਾਂ ਕਹਿੰਦੇ ਆ ਡਿਵਾਈਨ ਕਮਾਂਡਮੈਂਟ। ਇਹ ਦੇਵੀ ਹੁਕਮ ਹੈਗਾ ਸਾਡੇ ਵਾਸਤੇ। ਆਪਾਂ ਨੂੰ ਸਾਰੇ ਹੁਕਮਾਂ ਤੋਂ ਜ਼ਿਆਦਾ ਇਸ ਹੁਕਮ ਤੇ ਧਿਆਨ ਰੱਖਣਾ ਚਾਹੀਦਾ। ਕਿਉਂ? ਇਹ ਹੁਕਮ ਦੇ ਨਾਲ ਸਾਡਾ ਪਰਮੇਸ਼ਵਰ ਦੇ ਨਾਲ ਕੀ ਸੰਬੰਧ ਹੈ? ਪਰਮੇਸ਼ਵਰ ਤਾਂ ਜਾਣਦੇ ਨੇ ਭਲੀ ਭਾਂਤੀ, ਪਰ ਸਾਨੂੰ ਸਾਡੇ ਖੁਦ ਦੇ ਦਿਲ ਦਾ ਪਤਾ ਲੱਗਦਾ ਹੈ ਕਿ ਸਾਡਾ ਦਿਲ ਕਿੱਥੇ ਹੈਗਾ। ਮੈਂ ਰੋਜ਼ ਜਿਵੇਂ ਤੁਹਾਨੂੰ ਕਹਿੰਦਾ ਕਿ 2% ਬੰਦੇ ਨੇ ਜਿਹੜੇ ਪਰਮੇਸ਼ਵਰ ਦੇ ਪਿੱਛੇ ਚੱਲਣ ਵਾਲੇ ਨੇ, ਬਾਕੀ ਕੀ ਹੈਗਾ? ਭੀੜ ਹੈਗੀ ਹੈ। ਬਹੁਤ ਸਾਰੀ ਦੁਨੀਆ ਬਾਈਬਲ ਹੱਥੀ ਫੜ ਕੇ ਜਾਂਦੀ ਹੈ ਕਲੀਸਿਆ ਵਿੱਚ। ਬਹੁਤ ਘੱਟ ਲੋਕ ਨੇ ਜਿਹੜਾ ਘਰ ਜਾ ਕੇ ਉਹਨੂੰ ਖੋਲ ਕੇ ਵੇਖਦੇ ਨੇ। ਨਾ ਕਿ ਸਿਰਫ ਦੇਖਦੇ ਨੇ, ਪਰ ਜੋ ਪਰਮੇਸ਼ਵਰ ਦਾ ਵਚਨ ਪੜ੍ਹਦੇ ਨੇ, ਉਹਨਾਂ ਨੂੰ ਵਿਸ਼ਵਾਸ ਹੁੰਦਾ ਹੈ ਕਿ ਉਹ ਜਿਹੜਾ ਵਚਨ ਹੈ ਉਹ ਪਰਮੇਸ਼ਵਰ ਨੇ ਤੁਹਾਡੇ ਵਾਸਤੇ ਲਿਖਿਆ। ਜੋ ਤੁਸੀਂ ਪੜ੍ਹ ਰਹੇ ਹੋ, ਜੋ ਮੇਰੇ ਵਾਸਤੇ ਮੈਂ ਪੜ੍ਹ ਰਿਹਾ, ਉਹ ਮੇਰੇ ਵਾਸਤੇ ਲਿਖਿਆ ਹੈ। ਪਰਸਨਲ ਹੈਗਾ। ਅਸੀਂ ਸਾਡੇ ਉਹ ਪਿਤਾ ਪਰਮੇਸ਼ਵਰ ਕਿਹੜੇ ਨੇ? ਹੀ ਇਜ਼ ਆਵਰ ਪਰਸਨਲ ਗॉड। ਸਾਡੇ ਨਿੱਜੀ ਪਰਮੇਸ਼ਵਰ ਨੇ। ਉਹ ਸਾਡੇ ਦਿਲ ਦੀ ਕੰਨਾਂ ਨਾਲ ਸਾਡੇ ਨਾਲ ਗੱਲ ਕਰਦੇ ਨੇ, ਸਾਨੂੰ ਰਸਤਾ ਦਿਖਾਉਂਦੇ ਨੇ। ਤੇ ਇੱਥੇ ਲਾਰਡ ਜੀਸਸ ਨੇ ਕੀ ਕਿਹਾ? ਆਲ ਅਥਾਰਟੀ। All authority has been given to me in heaven and on earth। कि पिता परमेश्वर ने हर चीज का अख्तियार
ਪ੍ਰਭੂ ਯਿਸੂ ਮਸੀਹ ਨੂੰ ਦਿੱਤਾ। ਤਾਈਓ ਉਹਨਾਂ ਨੇ ਕੀ ਕਿਹਾ, ਜੋ ਕੁਝ ਪਿਤਾ ਕੋਲ ਤੁਸੀਂ ਮੰਗਣਾ ਹੈ ਉਹ ਤੁਸੀਂ ਮੇਰੇ ਨਾਮ ਨਾਲ ਮੰਗੋਗੇ। ਤੇ ਇਸ ਕਰਕੇ ਅਸੀਂ ਕਿੰਦੀ ਅਥਾਰਟੀ ਜਾ ਰਹੇ ਹਾਂ, ਅਸੀਂ ਪਿਤਾ ਪਰਮੇਸ਼ਰ ਤੇ ਪ੍ਰਭੂ ਯਿਸੂ ਮਸੀਹ ਦੀ ਅਥਾਰਟੀ ਜਾ ਰਹੇ ਹਾਂ ਕਿਸੇ ਨੂੰ ਦੱਸਣ ਵਾਸਤੇ। ਤੇ ਉਹ ਅਥਾਰਟੀ ਕੀ ਹੈ? ਪ੍ਰਭੂ ਯਿਸੂ ਮਸੀਹ ਨੇ ਪਿਤਾ ਪਰਮੇਸ਼ਵਰ ਤੋਂ ਲੈ ਕੇ ਤੁਹਾਨੂੰ ਤੇ ਮੈਨੂੰ ਦਿੱਤੀ ਹੈਗੀ ਹੈ। ਨੈਕਸਟ ਕੀ ਕਹਿੰਦਾ ਹੈ? Therefore make disciple of all nations, ਸਭ ਸੰਸਾਰ ਦੇ ਦੇਸ਼ਾਂ ਦੇ। ਹੁਣ ਇਸ ਕਰਕੇ ਆਪਣੇ ਦਿਮਾਗ 'ਚ ਜਿਹੜੇ ਲੋਕਾਂ ਦਾ ਵਹਿਮ ਹੈਗਾ ਕਿ ਜਿਹੜਾ ਪ੍ਰਭੂ ਯਿਸੂ ਮਸੀਹ ਨੇ ਕੁਝ ਗਿਨੇ ਚੁਨੇ ਲੋਕਾਂ ਵਾਸਤੇ ਉਹਨਾਂ ਨੇ ਧਰਤੀ ਤੇ ਆਏ, ਨਹੀਂ। ਆਲ ਨੇਸ਼ਨਸ, ਜਿਹੜੇ ਵਿਸ਼ਵਾਸ ਨਹੀਂ ਕਰਦੇ, ਜਿਹੜੇ ਮੂਰਤੀ ਪੂਜਾ ਕਰਦੇ ਨੇ, ਜਿਹੜੇ ਭੂਤਾ ਪ੍ਰੇਤਾਂ ਦੇ ਮਗਰ ਜਾਂਦੇ ਨੇ, ਜਿਹੜੇ ਬਾਬਿਆਂ ਦੇ ਮਗਰ ਜਾਂਦੇ ਨੇ, ਸਾਡੇ ਦਿਲ 'ਚ ਉਹਨਾਂ ਦੇ ਪ੍ਰਤੀ ਦਇਆ ਹੋਣੀ ਚਾਹੀਦੀ ਹੈ। ਕਿਉਂ? ਉਹ ਭਟਕੇ ਹੋਏ ਲੋਕ ਨੇ, ਉਹ ਦੁਖੀ ਲੋਕ ਨੇ, ਉਹ ਇਨਸਾਨਾਂ ਤੇ ਭਰੋਸਾ ਕਰਨ ਵਾਲੇ ਲੋਕ ਨੇ। ਜਦੋਂ ਅਸੀਂ ਰੋਜ਼ ਸਿੱਖਦੇ ਹਾਂ ਪ੍ਰਚਾਰ ਵਿੱਚ ਕਿ ਹਰ ਅੱਛੀ ਚੀਜ਼ ਪਰਮੇਸ਼ਵਰ ਵੱਲੋਂ ਆਉਂਦੀ ਹੈ, ਜਿੰਦੇ ਕੋਈ ਇਨਸਾਨ ਫੇਰ ਬਦਲ ਨਹੀਂ ਕਰ ਸਕਦਾ। ਇਸ ਕਰਕੇ ਜੋ ਕੁਝ ਤੁਹਾਡੇ ਆ ਮੇਰੇ ਕੋਲ ਹੈਗਾ ਉਹ ਕਿੰਨੀ ਦੇਣ ਹੈਗੀ ਹੈ? ਉਹ ਪਰਮੇਸ਼ਵਰ ਦੀ ਦੇਣ ਹੈਗੀ ਹੈ। ਕਿਹੜੇ ਪਰਮੇਸ਼ਵਰ ਦੀ ਦੇਣ ਹੈਗੀ ਹੈ? ਜਿਹੜੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਹੈਗੇ ਨੇ। ਅੱਜ ਕੱਲ ਗੂਗਲ ਚੱਕੋ, ਬਹੁਤ ਸਾਰੇ ਪਰਮੇਸ਼ਵਰ ਲੋਕ ਬਣੀ ਫਿਰਦੇ ਨੇ। ਕਈ ਇਨਸਾਨ ਵੀ ਆਪਣੇ ਆਪ ਨੂੰ ਪਰਮੇਸ਼ਵਰ ਦਾ ਦਰਜਾ ਦਿਖਾਉਂਦੇ ਨੇ, ਛੋਟੇ ਮੋਟੇ ਟ੍ਰਿਕ ਕਰਕੇ, ਮੈਜਿਕ ਟ੍ਰਿਕ ਕਰਕੇ। ਸਿੱਕਾ ਕੱਢ ਦੇਣਗੇ, ਧੂਲੀ ਕੱਢ ਦੇਣਗੇ, ਹੋਰ ਚੀਜ਼ਾਂ ਕੱਢ ਦੇਣਗੇ। ਪਰ ਉਹ ਕੀ ਹੈ? ਪ੍ਰਮਾਣ ਦੇ ਕੰਮ ਨੇ। ਉਹ ਕੀ ਹੈ? ਝੂਠੇ ਭਵਿष्य ਵਕਤਾ ਨੇ। ਉਹ ਟੈਂਪਰੇਰੀ ਫਿਕਸ ਹੈ। ਪਰਮੇਸ਼ਵਰ ਕੀ ਕਹਿੰਦੇ ਨੇ? ਪਰਮਾਨੈਂਟ ਇਲਾਜ ਕਰਦੇ ਨੇ, ਪਰਮਾਨੈਂਟ ਸ਼ਾਂਤੀ ਦਿੰਦੇ ਨੇ। ਉਹ ਸ਼ਾਂਤੀ ਦਿੰਦੇ ਨੇ ਜਿਹੜੀ ਕਿ ਸਾਡੀ ਸਾਰੀ ਸਮਝ ਤੋਂ ਪਰੇ ਹੈਗੀ ਹੈ। ਕਿਹੜੀ ਖੁਸ਼ੀ ਦਿੰਦੇ ਨੇ ਸਾਨੂੰ? ਉਹ ਖੁਸ਼ੀ ਜਿਹੜੀ ਸਾਡੇ ਤੋਂ ਓਵਰਫਲੋ ਕਰਦੀ ਹੈ, ਜਿਹੜੀ ਬਹੁਤਾਤ ਦੀ ਹੈਗੀ, ਇਨ ਅਬੰਡੈਂਸ ਹੈਗੀ ਹੈ। ਕੀ ਕਹਿੰਦਾ ਹੈ? ਬੈਪਟਾਈਜ਼ਿੰਗ them in the name of the Father and the Son and the Holy Spirit। ਉਹਨਾਂ ਨੂੰ ਪਿਤਾ, ਪੁੱਤਰ ਤੇ ਪਵਿੱਤਰ ਆਤਮਾ ਦੇ ਨਾਮ ਦਾ ਬਪਤਿਸਮਾ ਦੇਣਾ। ਬਪਤਿਸਮਾ ਕੀ ਹੈ? ਬਪਤਿਸਮਾ ਹੈਗਾ ਜਦੋਂ ਅਸੀਂ ਪਬਲਿਕਲੀ ਐਲਾਨ ਕਰਦੇ ਹਾਂ ਕਿ ਅੱਜ ਤੋਂ ਮੈਂ ਆਪਣੇ ਪੁਰਾਣੇ ਜੀਵਨ ਤੋਂ ਖਤਮ ਹੋਇਆ, ਪੁਰਾਣੇ ਜੀਵਨ ਮੇਰੇ ਪਾਪ ਪੁਰਾਣੇ ਖਤਮ ਹੋਏ, ਮੈਂ ਅੱਜ ਤੋਂ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਾਂਗਾ। ਉਹ ਮੈਨੂੰ ਚਲਾਣਗੇ, ਉਹ ਮੈਨੂੰ ਰਸਤਾ ਦਿਖਾਣਗੇ। ਟੀਚਿੰਗ them to observe all things। ਹੁਣ ਕਈ ਲੋਕ ਕੀ ਕਹਿੰਦੇ ਨੇ? ਉਹ ਕਹਿੰਦੇ ਜੇ ਸਾਰੀ ਗੱਲ ਦੱਸਾਂਗੇ ਤੂੰ ਪਾਪੀ ਹੈਗਾ, ਤੈਨੂੰ ਪਛਤਾਵਾ ਕਰਨਾ ਹੈ, ਤੈਨੂੰ ਬੁਰਾਈ ਤੋਂ ਮੂੰਹ ਮੋੜਨਾ ਪਏਗਾ, ਤੇ ਸ਼ਾਇਦ ਇਹ ਭਰਾ ਜਾਂ ਭੈਣ ਮੰਨੇ ਨਾ। ਇਹ ਤਾਂ ਬਹੁਤ ਸਾਰੀ ਗੱਲਾਂ ਹੋ ਗਈਆਂ। ਆਪਾਂ ਦਾ ਕੰਮ ਨਹੀਂ ਉਹਦੇ ਦਿਲ ਨੂੰ ਬਦਲਣਾ। ਤਾਈਓ ਕੀ ਕਹਿੰਦਾ? ਜਿਹੜੇ ਗੱਲਾਂ ਬੱਚੇ ਲਿਖਿਆ ਨੇ, ਆਪਾਂ ਜਿਹਨੂੰ ਪਰਮੇਸ਼ਵਰ ਦੇ ਆਪਣਾ ਸਮਾਚਾਰ ਦੇ ਰਹੇ ਹਾਂ, ਉਹ ਸਾਰੀਆਂ ਦੱਸਣੀਆਂ ਨੇ। ਸਿਰਫ ਇਹ ਨਹੀਂ ਕਹਿਣਾ ਮੈਂ ਪਾਪੀ ਹਾਂ ਤੇ ਮੈਨੂੰ ਮਾਫ ਕਰ ਦੇ। ਪਾਪੀ ਹੈਗਾ ਤੇ ਮੈਂ ਪਛਤਾਵਾ ਕਰਨਾ ਤੇ ਮੈਂ ਆਪਣੇ ਪਾਪਾਂ ਤੋਂ ਮੂੰਹ ਮੋੜਾਂਗਾ। ਪਰ ਇਹ ਆਪਾਂ ਨੂੰ ਉਹਨੂੰ ਇਹ ਵੀ ਦੱਸਣਾ ਹੈਗਾ ਕਿ ਜਿਹੜਾ ਮੂੰਹ ਮੋੜਨ ਦਾ ਕੰਮ ਹੈ, ਇਹ ਤੂੰ ਸਿਰਫ ਆਪਣੇ ਜ਼ੋਰ 'ਚ ਨਹੀਂ ਕਰ ਸਕਦਾ। ਜਦੋਂ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਮੁਕਤੀਦਾਤਾ ਮੰਨ ਲੈਂਦੇ ਹੋ, ਉਦੋਂ ਤੁਹਾਡੇ ਅੰਦਰ ਪਵਿੱਤਰ ਆਤਮਾ ਦੀ ਜਾਗ੍ਰਿਤੀ ਹੁੰਦੀ ਹੈ। ਉਹ ਤੁਹਾਨੂੰ ਫਿਰ ਚਲਾਉਂਦੇ ਨੇ। ਹੀ ਇਜ਼ ਯੋਰ ਹੈਲਪਰ, ਟੀਚਰ, ਗਾਈਡ, ਐਵਰੀਥਿੰਗ। ਪਰ ਕੀ ਹੈਗਾ ਕਿ ਆਪਾਂ ਨੂੰ ਉਹਦੇ ਨਾਲ ਫੈਲੋਸ਼ਿਪ ਬਣਾਉਣ ਦੀ ਲੋੜ ਹੈ। ਉਹ ਲਾਰਡ ਦੀ ਹੋਲੀ ਸਪਿਰਿਟ ਹੈਗੇ ਨੇ, ਕੋਈ ਚੀਜ਼ ਨਹੀਂ ਹੈਗਾ। ਪਰਮੇਸ਼ਵਰ ਦਾ ਅੰਸ਼ ਸਾਡੇ ਅੰਦਰ ਜ਼ਿੰਦਾ ਹੈਗਾ।
ਜਿਹੜਾ ਸਾਨੂੰ ਪਰਮੇਸ਼ਵਰ ਦੀ ਗੱਲਾਂ ਦੱਸਦਾ ਹੈ। ਇਸ ਕਰਕੇ ਬਪਤਿਸਮਾ ਕਿੰਨੇ ਨਾਮ ਦਾ ਦੇਣਾ ਹੈ? ਗॉड ਦਾ ਫਾਦਰ, ਗॉड ਦਾ ਸਨ ਐਂਡ ਗॉड ਦਾ ਹੋਲੀ ਸਪਿਰਿਟ, ਟੀਚਿੰਗ them to observe all things that I have commanded you। ਆਪਾਂ ਆਪਣੇ ਮਨ ਦੀ ਕਹਾਣੀਆਂ ਨਹੀਂ ਸੁਣਾਉਣੀਆਂ, ਜਿਹੜੀਆਂ ਪਰਮੇਸ਼ਵਰ ਨੇ ਹੁਕਮ ਦਿੱਤੀਆਂ, which he has commanded। ਪਰਮੇਸ਼ਵਰ ਦਾ ਵਚਨ, ਮੈਂ ਜਿਵੇਂ ਕਿ ਆਪਣਾ ਡਾਕਟਰ ਕਹਿੰਦਾ ਨਾ, ਜਦੋਂ ਆਪਾਂ ਰੋਟੀ ਖਾਂਦੇ ਆ ਉਦੋਂ ਚਬਾ ਕੇ ਖਾਣੀ ਚਾਹੀਦੀ ਹੈ। your stomach doesn't have teeth। ਉਵੇਂ ਜਦੋਂ ਪਰਮੇਸ਼ਵਰ ਦਾ ਸ਼ਬਦ ਵਚਨ ਵੀ ਪੜ੍ਹਨੇ ਆ, ਥੋੜਾ ਥੋੜਾ ਕਰਕੇ ਧਿਆਨ ਨਾਲ ਪੜ੍ਹਨਾ ਚਾਹੀਦਾ। ਕੋਈ ਨਾਵਲ ਨਹੀਂ ਹੈਗਾ। ਜਦੋਂ ਧਿਆਨ ਨਾਲ ਪੜਾਂਗੇ ਪਰ ਆਪਣੀ ਇੱਛਾ ਜ਼ਾਹਰ ਕਰਾਂਗੇ ਪਰਮੇਸ਼ਵਰ ਦੇ ਅੱਗੇ ਕੋਈ ਚੀਜ਼ ਨੂੰ ਜਾਣਨ ਦੀ, ਫਿਰ ਪਰਮੇਸ਼ਵਰ ਨੂੰ ਵੀ ਅੱਛਾ ਲੱਗਦਾ ਹੈਗਾ। ਉਹ ਆਪਣੇ ਪ੍ਰਕਾਸ਼ਨ ਸਾਨੂੰ ਦਿੰਦੇ ਨੇ, ਉਹ ਸਾਨੂੰ ਆਪਣੀ ਗੱਲਾਂ ਸਿਖਾਉਂਦੇ ਹੈਗੇ ਨੇ। And lo, I am with you always, even to the end of the age। ਅਸੀਂ ਇਕੱਲੇ ਨਹੀਂ ਹੈਗੇ ਕਦੀ। ਉਹਨਾਂ ਇਹ ਨਹੀਂ ਕਿਹਾ ਹੁਣ ਬਈ ਤੂੰ ਜਾ ਕੇ ਸਾਂਭ ਲਈ ਆਪਣੇ ਆਪ, ਤੂੰ ਦੇਖ ਲਈ ਜੋ ਤੈਨੂੰ ਠੀਕ ਲੱਗੇ ਕਰ ਲਈ। ਨਹੀਂ, ਉਹਨਾਂ ਨੇ ਕਿਹਾ ਆਈ ਐਮ ਵਿਦ ਯੂ ਆਲਵੇਜ਼। ਉਹ ਹਮੇਸ਼ਾ ਸਾਡੇ ਨਾਲ ਨੇ ਰਸਤਾ ਦਿਖਾਉਣ ਵਾਸਤੇ। ਕਿਦੋਂ ਤੱਕ? till the end of the age। ਮਤਲਬ ਹਮੇਸ਼ਾ ਸਾਡੇ ਨਾਲ ਹੈਗੇ ਨੇ। ਇਸ ਕਰਕੇ ਇਹ ਪਰਮੇਸ਼ਵਰ ਨੇ ਸਾਨੂੰ ਬੜਾ ਵੱਡਾ ਕੰਮ ਦਿੱਤਾ ਹੈਗਾ। ਆਪਾਂ ਪੜਾਂਗੇ ਲੂਕ 15 ਦਾ 10। ਉਹਦੇ ਪਰਮੇਸ਼ਵਰ ਦਾ ਵਚਨ ਕੀ ਕਹਿੰਦਾ ਕਿ ਜਦੋਂ ਵੀ ਅਸੀਂ ਇਸ ਜ਼ਮੀਨ ਤੇ ਇੱਕ ਰੂਹ ਬਚਾਉਂਦੇ ਆ, ਉਦੋਂ ਇੱਕ ਬੜਾ ਅਜੀਬ ਕੰਮ ਹੁੰਦਾ। ਪੜ੍ਹਦੇ ਹੋ ਤੁਸੀਂ ਕੀ ਅਜੀਬ ਕੰਮ ਹੁੰਦਾ? मैं तुमसे कहता हूँ कि इसी रीति से एक मन फिराने वाले पापी के विषय में परमेश्वर के स्वर्गदूतों के सामने आनंद होता है। ਜਦੋਂ ਜ਼ਮੀਨ ਤੇ ਤੁਸੀਂ ਕੋਈ ਰੂਹ ਬਚਾਉਂਦੇ ਹੋ, ਉਦੋਂ ਸਵਰਗ ਵਿੱਚ ਸਵਰਗਦੂਤ ਖੁਸ਼ੀ ਮਨਾਉਂਦੇ ਨੇ ਕਿ ਇੱਕ ਰੂਹ ਹੋਰ ਬਚ ਗਈ। ਨਿਆਂ ਵਾਲੇ ਦਿਨ ਇੱਕ ਰੂਹ ਦਾ ਹੋਰ ਇਜ਼ਾਫਾ ਹੋ ਗਿਆ। ਤੁਸੀਂ ਕਿਸੇ ਦੀ ਖੁਸ਼ੀ ਦੇ ਕਾਰਨ ਕਿਸੇ ਇੱਕ ਬੰਦੇ ਦੀ ਖੁਸ਼ੀ ਦੇ ਕਾਰਨ ਨਹੀਂ ਬਣ ਰਹੇ ਜਿਹਨੂੰ ਤੁਸੀਂ ਵਚਨ ਦਿੱਤਾ ਹੈ। ਉਹਦੇ ਪੂਰੇ ਪਰਿਵਾਰ ਦੇ ਖੁਸ਼ੀ ਦੇ ਕਾਰਨ ਬਣ ਰਹੇ ਹੋ। ਉਹ ਜਿੰਨਾ ਤੱਕ ਪ੍ਰਚਾਰ ਕਰੇਗਾ ਉਹ ਸਾਰਿਆਂ ਦੇ ਤੁਸੀਂ ਖੁਸ਼ੀ ਦੇ ਕਾਰਨ ਬਣ ਰਹੇ ਹੋ। ਉਹਦੇ ਨਾਲ ਕੀ ਹੈ? ਸਵਰਗਦੂਤ ਖੁਸ਼ੀ ਮਨਾਉਂਦੇ ਨੇ ਜਦੋਂ ਇੱਕ ਰੂਹ ਵੀ ਬਚਾਈ ਜਾਂਦੀ ਹੈ। ਇਸ ਕਰਕੇ ਪਰਮੇਸ਼ਵਰ ਨੇ ਜਿਹੜਾ ਸਾਨੂੰ ਹੁਕਮ ਦਿੱਤਾ ਹੈਗਾ, ਉਹਨੂੰ ਅਸੀਂ ਹਮੇਸ਼ਾ ਆਪਣੇ ਦਿਮਾਗ ਵਿੱਚ ਰੱਖਣਾ ਹੈਗਾ। ਹਮੇਸ਼ਾ ਜਿੱਥੇ ਵੀ ਜਾਣਾ ਹੈਗਾ ਉੱਥੇ ਦੇਖਣਾ ਹੈ ਪਵਿੱਤਰ ਆਤਮਾ ਤੁਹਾਨੂੰ ਮਦਦ ਕਰਦੇ ਨੇ ਕਿ ਕਿਸ ਟਾਈਮ ਤੁਸੀਂ ਮੂੰਹ ਖੋਲਣਾ ਹੈ, ਕਿਵੇਂ ਤੁਸੀਂ ਗੱਲ ਕਰਨੀ ਹੈ, ਜਦੋਂ ਵੀ ਪਰਮੇਸ਼ਰ ਦਾ ਵਚਨ ਦੇਣਾ ਹੈ, ਕਿਵੇਂ ਪਿਆਰ ਦਿਖਾਣਾ ਹੈ ਪਰਮੇਸ਼ਰ ਦਾ। ਉਹ ਪਿਆਰ ਕਿਹੜਾ? ਜਿਹੜਾ ਰੋਮੀਓ 5:5 ਵਿੱਚ ਤੁਹਾਡੇ ਦਿਲ ਵਿੱਚ ਉਡੇਲਿਆ ਗਿਆ, ਪਰਮੇਸ਼ਵਰ ਨੇ ਉਡੇਲਿਆ। ਉਸ ਪਿਆਰ ਦੇ ਨਾਲ ਅਸੀਂ ਪਰਮੇਸ਼ਰ ਦਾ ਪ੍ਰਚਾਰ ਕਰਨਾ ਹੈਗਾ। ਤੇ ਕੀ ਹੈ ਪਰਮੇਸ਼ਵਰ ਦਾ ਵਚਨ? ਕੀ ਹੈਗਾ? ਪਰਮੇਸ਼ਵਰ ਦੇ ਕੰਮ ਆਸਾਨ ਨੇ, ਆਪਾਂ ਨੂੰ ਔਖੇ ਲੱਗਦੇ ਨੇ। ਆਪਾਂ ਪੜਾਂਗੇ 1 ਜੌਨ 5:3। ਪਰਮੇਸ਼ਵਰ ਕਹਿੰਦੇ ਮੇਰੇ ਜਿਹੜੇ ਹੁਕਮ ਹੈਗੇ ਨੇ, ਜੇ ਤੁਸੀਂ ਉਹਨਾਂ ਨੂੰ ਮੰਨੋਗੇ, ਸਭ ਤੋਂ ਪਹਿਲੇ ਤਾਂ ਪਰਮੇਸ਼ਵਰ ਤੁਹਾਡੇ ਨਾਲ ਪ੍ਰੇਮ ਕਰਨਗੇ। ਲਵ ਆਫ ਗॉड ਵਿਲ ਬੀ देयर ਵਿਦ ਯੂ। ਫਿਰ ਮੇਰੇ ਕੰਮ ਕਿਹੜੇ ਹੈਗੇ ਨੇ ਦੱਸੇਗਾ ਵਚਨ। क्योंकि परमेश्वर से प्रेम रखना ये है कि हम उसकी आज्ञाओं को माने और उसकी आज्ञाएं कठिन नहीं। ਪਰਮੇਸ਼ਵਰ ਕਹਿੰਦਾ ਤੁਸੀਂ ਸੋਚਦੇ ਹੋ ਬੜਾ ਔਖਾ ਕੰਮ ਹੈ ਵੀ ਕਿਸੇ ਨੂੰ ਜਾ ਕੇ ਪ੍ਰਚਾਰ ਕਰਨਾ। ਪਰਮੇਸ਼ਵਰ ਤੁਹਾਨੂੰ ਕਹਿੰਦਾ ਮੇਰੀ ਜਿਹੜੀ ਆਗਿਆਵਾਂ ਹੈਗੀਆਂ ਨੇ ਉਹ ਔਖੀਆਂ ਨਹੀਂ ਹੈਗੀਆਂ, ਉਹ ਬਰਡਨਸਮ ਨਹੀਂ ਹੈਗੀਆਂ। ਮੈਂ ਹਮੇਸ਼ਾ ਤੁਹਾਡੇ ਨਾਲ ਆ, ਜਿੱਥੇ ਵੀ ਤੁਸੀਂ ਜਾਓਗੇ। ਤੁਹਾਨੂੰ ਮੈਂ ਰਸਤਾ ਦੱਸਾਂਗਾ, ਤੁਹਾਨੂੰ ਮੈਂ ਦੱਸਾਂਗਾ ਕਿਵੇਂ ਗੱਲ ਕਰਨੀ ਹੈ। ਕਿਦੋਂ? ਜਦੋਂ ਸਾਡੀ ਉਹਨਾਂ ਨਾਲ ਸਹਿਭਾਗੀਤਾ ਹੋਏਗੀ। ਜਦੋਂ ਜਾਣ ਤੋਂ ਪਹਿਲੇ ਅਸੀਂ ਕਹਾਂਗੇ ਪਿਤਾ ਪਰਮੇਸ਼ਵਰ ਮੈਂ ਤੁਹਾਡੇ ਨਾਮ ਨਾਲ ਚੱਲਿਆ ਹੈਗਾ ਵਾਂ। ਆਪਣੇ ਨਾਮ ਨਾਲ ਨਹੀਂ ਜਾਣਾ, ਕਲੀਸਿਆ ਦੇ ਨਾਮ ਨਾਲ ਨਹੀਂ ਜਾਣਾ, ਕਿਧਰੇ ਨਹੀਂ ਲਿਖਿਆ। ਪਰਮੇਸ਼ਵਰ ਦੀ ਹਜ਼ੂਰੀ 'ਚ ਜਾਣਾ ਹੈ, ਪਰਮੇਸ਼ਵਰ ਦੇ ਨਾਮ ਨਾਲ ਜਾਣਾ ਹੈ, ਪਰਮੇਸ਼ਵਰ ਦੀ ਅਨੋਇੰਟਿੰਗ ਦੇ ਵਿੱਚ ਜਾਣਾ ਹੈ। ਅਨੋਇੰਟਿੰਗ ਕੀ ਹੈ? ਪਰਮੇਸ਼ਵਰ ਦਾ ਤੁਹਾਡਾ ਨਾਲ ਜਿਹੜਾ ਸਾਥ ਹੈਗਾ ਉਹੀ ਤੁਹਾਡੀ ਅਨਾਉਂਟਿੰਗ ਹੈ।
ਉਹੀਓ ਤੁਹਾਡਾ ਅਭਿਸ਼ੇਕ ਹੈਗਾ। ਉਹ ਕਿਦੋਂ ਹੋਏਗਾ? ਜਦੋਂ ਤੁਸੀਂ ਉਹਨਾਂ ਨਾਲ ਸਹਿਭਾਗਿਤਾ ਕਰੋਗੇ। ਪਾਸਟਰ ਨੇ ਹੱਥ ਰੱਖਿਆ, ਤੁਸੀਂ ਠਾ ਕਰਕੇ ਡਿੱਗ ਪਏ, ਤੁਸੀਂ ਖੜੇ ਹੋਏ, ਚਰਚ ਤੋਂ ਬਾਹਰ ਨਿਕਲੇ, ਤੁਹਾਡੇ ਕੋਈ ਬਦਲਾਵ ਨਹੀਂ ਹੈ। ਉਹ ਅਨੋਇੰਟਿੰਗ ਨਹੀਂ ਹੈਗੀ। ਜਦੋਂ ਤੁਹਾਡੇ ਦਿਲ ਨੂੰ ਸੱਟ ਵੱਜੀ, ਰੱਬ ਨੇ ਤੁਹਾਨੂੰ ਕੋਈ ਗੱਲ ਕੀਤੀ, ਤੁਸੀਂ ਉਹ ਗੱਲ ਨੂੰ ਮੰਨਣਾ ਸ਼ੁਰੂ ਹੋਏ, ਉਹ ਪਰਮੇਸ਼ਵਰ ਦੇ ਅਨੋਇੰਟਿੰਗ ਹੈ, ਜਿਹਦੇ ਨਾਲ ਤੁਹਾਡੇ ਬਦਲਾਵ ਆਇਆ। ਡਿੱਗਣ ਨਾਲ ਨਹੀਂ ਬਦਲਾਵ ਆਉਂਦੇ। ਬੜੇ ਦੁਨੀਆ ਨੂੰ ਡਿੱਗਦੇ ਵੇਖਦੇ ਆ, ਉੱਠ ਕੇ ਫਿਰ ਉਸ ਤਰ੍ਹਾਂ ਹੀ ਹੁੰਦੇ ਨੇ। ਬਦਲਾਵ ਕਿਸ ਤਰ੍ਹਾਂ ਦਾ ਬਦਲਾਵ? ਜਿਸ ਤਰ੍ਹਾਂ ਦਾ ਪਰਮੇਸ਼ਵਰ ਚਾਹੁੰਦੇ ਨੇ। ਕਿਵੇਂ ਚਾਹੁੰਦੇ ਨੇ? ਕਿ ਤੁਸੀਂ ਉਹਨਾਂ ਦੇ ਹੁਕਮਾਂ ਨੂੰ ਪੜ੍ਹੋ, ਉਹਨਾਂ ਦੇ ਹੁਕਮਾਂ ਨੂੰ ਸਮਝੋ, ਉਹਨਾਂ ਦੇ ਹੁਕਮਾਂ ਹਿਸਾਬ ਨਾਲ ਚੱਲੋ। ਤਾਂ ਆਪਾਂ ਦੇਖਾਂਗੇ, ਆਪਾਂ ਜੌਨ ਦੇਖਾਂਗੇ 6:38। ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਹੈਗਾ ਕਿ ਉਹ ਕਿਸ ਕਰਕੇ ਆਏ ਸੀ, ਕਿੰਨੇ ਨਾਮ ਨਾਲ ਆਏ ਸੀ। ਪੜ੍ਹਦਾ ਮੈਂ। ਉਹ ਕਹਿੰਦਾ, ਫॉर दिस इज द लव ऑफ गॉड that we keep his commandments। नहीं sorry 6:38 है। For I have come down from heaven not to do my own will but the will of him who sent me। की क्या प्रभु यीशु मसीह ने? क्योंकि मैं अपनी इच्छा नहीं वरन अपने भेजने वाले की इच्छा पूरी करने के लिए स्वर्ग से उतरा हूँ, और मेरे भेजने वाले की इच्छा ये है कि जो कुछ उसने मुझे दिया है उसमें से मैं कुछ ना खोऊं, परंतु उसे अंतिम दिन फिर जिला उठाऊं, क्योंकि मेरे पिता की ये इच्छा है कि जो कोई पुत्र को देखे और उस पर विश्वास करे वह अनंत जीवन पाए, और मैं उसे अंतिम दिन फिर जिला उठाऊंगा। प्रभु यीशु मसीह अपनी मर्जी नाल नहीं आए सी, परमेश्वर दी मर्जी नाल आए सी। जे आपां प्रभु यीशु मसीह नूं कबूल कीता, उनकी परमेश्वर दी मर्जी हैगी है। जे साडे मुक्तिदाता ने जो मर्जी पूरी की है, साडा की फर्ज बनता है असी भी उन्होंने इच्छा पूरी करिए। ताइयों की होएगा, असी परमेश्वर के बेटे दे बेटियां कहलावांगे। 6:65 पढ़ दो अंदा ही, सॉरी हाँ 65 हाँ। एंड ही सेड, देयरफॉर आई सेंड टू यू that no one can, therefore I have said to you that no one can come to me unless it has been granted to him by my father। और उसने कहा, इसीलिए मैंने तुमसे कहा था कि जब तक किसी को पिता की ओर से यह वरदान ना दिया जाए तब तक वह मेरे पास नहीं आ सकता। जे तुसी प्रभु यीशु मसीह नूं मंदे हो ते ऐ ना सोचो कि मैं उन्हां नूं कबूल कीता। परमेश्वर ने तुहानूं चुनिया सी, परमेश्वर ने तुहाडा जरिया बनाया। यह तुहाडी डिवाइन अपॉइंटमेंट सीगी। इंसान नहीं रब नूं चुन सकदा। इंसान दी की बुक्कत हैगी है, मिट्टी दे कण तो भी हल्का परमेश्वर दे सामने कोई वजूद नहीं है। परमेश्वर ने तुहानूं चुनिया सी। इस करके तुहाडे जीवन विच प्रभु यीशु मसीह की दया हैगी है, प्रभु यीशु मसीह का प्रेम हैगा, प्रभु यीशु मसीह की अनॉइंटिंग है, प्रभु यीशु मसीह का अनुग्रह हैगा तुहाडे नाल। इस वास्ते आपां नूं की हैगा, अपने आप नूं की करना है? तैयार करना है। किवें तैयार करना है? आपां नूं 1 पीटर 1:13-16 एक करके पढ़ांगे आपां। परमेश्वर ने आपां नूं सारी चीज़ां दसियां ने, अलग अलग जगह ते बाइबल दसिया ने, ताकि आपां बाइबल पढ़ के वो परमेश्वर की गल्लां नूं लभीए। किवें आप तैयार करना है अपने आप नूं? देखो, मैं ये अपने लिए उचित समझता हूँ कि जब तक मैं इस डेरे में हूँ तब तक तुम्हें सूदी दिला कर 1 पीटर 3:13-16 1 पीटर 1 पीटर चैप्टर 1 13-16 कहता है, देयरफॉर gird up the loins of your mind, be sober and rest your hope fully upon the grace that is to be brought to you at the revelation of Jesus Christ। इस कारण अपनी अपनी बुद्धि की कमर बांधकर और सचेत रह बुद्धि की कमर बांध लो, मतलब सियाणे हो जाओ।
ਇੱਧਰ ਉਧਰ ਦੀ ਗੱਲਾਂ ਛੋੜ ਦਿਓ, ਚੁਗਲੀ ਚਵਾਰੀਆਂ ਛੋੜ ਦਿਓ। ਉਸ ਤੋਂ ਬਾਅਦ ਕੀ ਹੈ, ਬੀ ਸੋਬਰ। ਸੋਬਰ ਦਾ ਕੀ ਕਹਿੰਦਾ ਹਿੰਦੀ ਚ? सचेत रहे कर। ਸਚੇਤ ਹੋ ਜਾਓ। ਗੁੱਸੇ ਵਾਲੇ ਬੰਦੇ ਜੇ ਹੈਗੇ ਹੋ ਤੇ ਗੁੱਸਾ ਰੱਬ ਦੀ ਮਦਦ ਨਾਲ ਤਿਆਗ ਦਿਓ। ਅੱਗੇ, उस अनुग्रह की पूरी आशा रखो जो यीशु मसीह के प्रकट होने के समय तुम्हें मिलने वाला है। ਇੱਥੇ ਕੀ ਦੱਸਦਾ ਪਰਮੇਸ਼ਵਰ ਨੇ? ਪਹਿਲੇ ਤੁਹਾਨੂੰ ਦੱਸਦਾ ਹੈ ਕਿ ਪ੍ਰਭੂ ਯਿਸੂ ਮਸੀਹ ਦੇ ਆਉਣ ਤੇ ਤੁਸੀਂ ਉਹਨਾਂ ਨੂੰ ਦੇਖੋਗੇ, ਕਿਉਂਕਿ ਤੁਸੀਂ ਉਹਨਾਂ ਦੇ ਫਰਜ਼ੰਦ ਹੈਗੇ ਹੋ, ਉਹਨਾਂ ਦੇ ਬੇਟੇ ਤੇ ਬੇਟੀਆਂ ਹੈਗੇ ਹੋ, ਕਿਉਂਕਿ ਤੁਸੀਂ ਆਪਣੇ ਆਪ ਮਨ ਨੂੰ ਤਿਆਰ ਕੀਤਾ ਹੈਗਾ, ਆਪਣੇ ਆਪ ਨੂੰ ਪਰਮੇਸ਼ਵਰ ਦੇ ਕੰਮ ਵਿੱਚ ਤੁਸੀਂ ਅੱਗੇ ਵਧਾਉਣਾ ਚਾਹੁੰਦੇ ਹੋ। ਆਪਾਂ ਪਰਮੇਸ਼ਵਰ ਕੋਲ, ਜੇ ਪਰਮੇਸ਼ਵਰ ਨੇ ਤੁਹਾਨੂੰ ਚੁਣਿਆ ਤੇ ਕਿਸੇ ਮਕਸਦ ਨਾਲ ਚੁਣਿਆ। there is a work for you, there is a reason why he has chosen you, there is a reason why you are listening to this message, because he loves you, he wants you to go to the ends of this world to save the souls. He is with you till the end of the age. नेक्स्ट की कहता है 14, आज्ञाकारी बालकों के समान अपनी अज्ञानता के समय की पुरानी अभिलाषाओं के सदृश ना बनो। बस एज ओबीडियंट चिल्ड्रन, हुण आपां नूं ओबीडियंट बनना है, आज्ञाकारी बनना है, परमेश्वर दे हुक्म मनने ने। नॉट कन्फर्मिंग योरसेल्फ टू दी फॉर्मर लस्ट एज इन योर इग्नोरेंस। वो कहंदे तुसीं बड़ी बदकारियां कीतियां ने पर उदों तुहानूं पता नहीं सी। परमेश्वर सानू की है, स्कोप ऑफ डाउट दिंदे ने भी तुहानूं शायद पता नहीं सी। वैसे आम तौर ते सारिਆਂ ਨੂੰ पता होंदा है कि मैं की बुराई काम कर रहा, पर परमेश्वर फिर भी दयालु परमेश्वर है। वो कहंदे ਜਿਹੜੇ ਪੁਰਾਣੇ ਤੁਸੀਂ ਪੁੱਠੇ ਸਿੱਧੇ ਕੰਮ ਕਰਦੇ ਸੀ, ਉਹਨਾਂ ਨੂੰ ਤਿਆਗੋ ਪਵਿੱਤਰ ਆਤਮਾ ਦੀ ਸਹਾਇਤਾ ਨਾਲ। ਕਿਉਂ? ਕਿ ਤੁਸੀਂ ਕਿਹੜਾ ਕੰਮ ਕਰਨ ਚੱਲੇ ਹੋ? ਪਰਮੇਸ਼ਵਰ ਦਾ ਕੰਮ ਕਰਨ ਚੱਲੇ ਹੋ। ਕਿਹੜੇ ਪਰਮੇਸ਼ਵਰ ਦਾ? ਜਿਹਨੂੰ ਅਸੀਂ ਕਹਿੰਦੇ ਆ ਪਵਿੱਤਰ 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 ਪਰਮੇਸ਼ਵਰ, ਹੋਲੀ 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 ਗॉड। ਆਪਾਂ ਕਹਿੰਦੇ ਹੀ ਇਜ਼ ਅ ਲਵਿੰਗ ਗॉड। ਲਵਿੰਗ ਤਾਂ ਇੱਕ ਵਾਰੀ ਕਹਿੰਦੇ ਆ, ਪਰ ਪਰਮੇਸ਼ਵਰ ਦਾ ਵਚਨ ਜਦੋਂ ਵੀ ਪਵਿੱਤਰਤਾ ਦੀ ਗੱਲ ਕੀਤੀ ਗਈ, ਉਹ 3 ਵਾਰੀ ਪਰਮੇਸ਼ਵਰ ਦੇ ਬਾਰੇ ਕਿਹਾ ਗਿਆ, ਹੀ ਇਜ਼ ਅ ਹੋਲੀ 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 ਗॉड। ਇਸ ਕਰਕੇ ਅਸੀਂ ਜਿਹੜੀ ਸਾਡੀ ਸਾਰੀ ਬੁਰਾਈਆਂ ਨੇ ਉਹਨਾਂ ਤੋਂ ਮੂੰਹ ਮੋੜਨਾ ਹੈ। ਜਿਵੇਂ ਕੱਲ ਅਸੀਂ ਸਿੱਖਿਆ ਜਾਵਾਂਗੇ ਨਹੀਂ ਉਸ ਵਰਸ ਵਿੱਚ, ਪਰ ਕੀ ਹੈ, ਵੀ ਆਰ ਅ ਨਿਊ ਕ੍ਰੀਏਸ਼ਨ। ਅਸੀਂ ਨਵੇਂ ਬਣ ਗਏ ਹੁਣ ਪਰਮੇਸ਼ਵਰ ਦੇ ਵਿੱਚ। ਹੁਣ ਅਸੀਂ ਸੰਸਾਰ ਵਰਗ, ਵਰਡ ਆਫ ਗॉड ਕੀ ਕਹਿੰਦਾ ਹੈ? ਯੂ ਆਰ ਆਫ ਦਿਸ, ਯੂ ਆਰ ਇਨ ਦਿਸ ਵਰਲਡ ਬਟ ਨਾਟ ਆਫ ਦਿਸ ਵਰਲਡ। ਅਸੀਂ ਸੰਸਾਰ ਦੇ ਵਿੱਚ ਤਾਂ ਹੈਗੇ ਆ, ਪਰ ਸੰਸਾਰ ਦੇ ਵਰਗੇ ਨਹੀਂ ਹੈਗੇ। ਅੱਗੇ 15 ਕੀ ਕਹਿੰਦਾ ਹੈ? ਬਟ ਹੀ ਹੂ ਹੈਜ਼ ਕਾਲਡ ਯੂ ਇਜ਼ ਹੋਲੀ, you also be holy in your all conduct। देखिया बार बार की कहता है? all, बार बार सारे ਤੁਹਾਡਾ ਜਿਹੜੇ ਕੰਮ ਨੇ ਉਹ ਕੀ ਹੈ? ਪਵਿੱਤਰਤਾ ਦੇ ਹੋਣੇ ਚਾਹੀਦੇ ਨੇ। ਪੁਰਾਣੀ ਜਬਲੀਆਂ ਮਾਰਨ ਦੇ, ਪੁਰਾਣੀ ਬੁਰਾਈਆਂ ਵਿੱਚ ਨੂੰ ਛੋੜਨਾ ਪਏਗਾ। ਤਾਈਓ ਤੁਸੀਂ ਪਰਮੇਸ਼ਵਰ ਦੀ ਜਿਹੜੀ ਹਜ਼ੂਰੀ ਹੈਗੀ ਏ, ਹਰ ਬੰਦਾ ਕਹਿੰਦਾ ਅਨੋਇੰਟਿੰਗ ਅਨੋਇੰਟਿੰਗ ਅੱਜ ਕੱਲ੍ਹ ਬੜਾ ਚੱਲਦਾ ਹੈਗਾ, ਉਹ ਕਿਦੋਂ ਹੋਏਗਾ? ਜਦੋਂ ਤੁਸੀਂ ਹਰ ਤਰ੍ਹਾਂ ਦੀ ਬੁਰਾਈ ਤੋਂ ਮੂੰਹ ਮੋੜੋਗੇ, ਹਰ ਕੰਮ ਵਿੱਚ ਪਰਮੇਸ਼ਵਰ ਦਾ ਸਾਥ ਮੰਗੋਗੇ, ਹਰ ਕੰਮ ਵਿੱਚ ਉਹਨਾਂ ਦਾ ਅਨੁਗ੍ਰਹਿ ਮੰਗੋਗੇ, ਉਹਨਾਂ ਦੀ ਦਇਆ ਮੰਗੋਗੇ। ਤੁਹਾਡੇ ਮਨ 'ਚ ਇੱਛਾ ਹੋਏਗੀ, ਕਿਸੇ ਨੂੰ ਤੁਹਾਨੂੰ ਕਹਿਣ ਦੀ ਲੋੜ ਨਹੀਂ ਕਿ ਚਲੋ ਆਪਾਂ ਅੱਜ ਟਰੈਕ ਵੰਡਣ ਚੱਲੀਏ ਜਾਂ ਕਿਸੇ ਨਾ ਕਿਸੇ ਨੂੰ ਗਵਾਹੀ ਸ਼ੇਅਰ ਕਰਨ ਚੱਲੀਏ। ਤੁਹਾਨੂੰ ਆਪ ਇੱਛਾ ਹੋਏਗੀ, ਤੁਹਾਨੂੰ ਆਪ ਹੋਏਗਾ ਕਿ ਅੱਜ ਮੈਂ ਕਿਸੇ ਨਾਲ ਆਪਣੀ ਗਵਾਹੀ ਪੇਸ਼ ਕਰਾਂ, ਕਿਸੇ ਨਾਲ ਪਰਮੇਸ਼ਵਰ ਦੇ ਪ੍ਰੇਮ ਦੀ ਗੱਲ ਦੱਸਾਂ, ਕਿਸੇ ਜਿਹੜਾ ਬੰਦਾ ਦੁਖੀ ਹੁੰਦੇ ਸੇ ਪ੍ਰਾਰਥਨਾ ਕਰਾਂ। ਇਹ ਕੀ ਹੈ? ਪ੍ਰਭੂ ਯਿਸੂ ਮਸੀਹ ਦਾ ग्रेट कमीशन है। अगे की लास्ट 16 की कहता पढ़ दो प्लीज। क्योंकि लिखा है पवित्र बनो क्योंकि मैं पवित्र हूं। देखा, पवित्र बनो क्योंकि मैं पवित्र हूं। परमेश्वर के अगे छल फरेब करने की जरूरत नहीं है। तो यू शुड बी इनसाइड एंड आउट द सेम। की क्या प्रभु यीशु मसीह ने की क्या?
मन से जो बातें निकलती हैं वो खराब कर दिया ने। ਜਿਹੜਾ ਅਸੀਂ ਕਿਸੇ ਨੂੰ ਬੋਲਨੇ ਆ, ਧਿਆਨ ਨਾਲ ਬੋਲਣਾ ਚਾਹੀਦਾ। ਅਸੀਂ ਚਾਹੁੰਦੇ ਕਿ ਅਗਲਾ ਸਾਡੇ ਨਾਲ ਅੱਛਾਈ ਕਰੇ, ਪਰ ਸਾਡਾ ਅਸੀਂ ਤਾਂ ਪਰਮੇਸ਼ਰ ਦੇ ਫਰਜ਼ੰਦ ਹੈਗੇ ਆ। ਸਾਨੂੰ ਚਾਹੀਦਾ ਕਿ ਅਸੀਂ ਹਰ ਕਿਸੇ ਨਾਲ ਅੱਛਾਈ ਕਰੀਏ। ਹੁਣ ਕਈ ਸਾਰੇ ਲੋਕ ਅਸੀਂ ਦੇਖਦੇ ਆ, ਸਾਰੇ ਨਹੀਂ ਤਿਆਰ ਹੁੰਦੇ ਆ ਸਾਰੇ ਕੰਮ ਕਰਨ ਵਾਸਤੇ। ਬਹੁਤ ਸਾਰੇ ਲੋਕ ਕਹਿੰਦੇ ਨੇ ਜੀ ਮੈਨੂੰ ਤਾਂ ਕਹਿਣਾ ਨਹੀਂ ਆਉਂਦਾ, ਇਹ ਮੇਰਾ ਕੰਮ ਨਹੀਂ ਹੈਗਾ, ਇਹ ਪਾਸਟਰ ਦਾ ਕੰਮ ਹੈ, ਪ੍ਰਚਾਰਕ ਦਾ ਕੰਮ ਹੈ, ਇਹ ਬੜਾ ਔਖਾ ਕੰਮ ਹੈ, ਮੇਰੇ ਕੋਲ ਟਾਈਮ ਨਹੀਂ ਹੈਗਾ, ਮੈਂ ਸਾਰਾ ਦਿਨ ਬੜਾ ਬਿਜ਼ੀ ਹੁੰਦਾ। ਪਰ ਸਵੇਰੇ ਉੱਠ ਕੇ ਅਸੀਂ ਸੋਚਿਆ ਕਦੀ ਵੀ ਅੱਜ ਦਾ ਦਿਨ ਤੁਹਾਨੂੰ ਕਿੰਨੇ ਦਿੱਤਾ? ਅੱਜ ਦੇ 24 ਘੰਟੇ ਤੁਹਾਨੂੰ ਕਿੰਨੇ ਦਿੱਤੇ ਨੇ? ਅੱਜ ਦੀ ਸਵਾਸ ਜਿਹੜੀ ਤੁਸੀਂ ਤੇ ਮੈਂ ਲੈ ਪਾ ਰਹੇ ਹੋ ਕਿੰਨੇ ਦਿੱਤੀ ਹੈ? ਸਭ ਕੁਝ ਉਸ ਪਰਮੇਸ਼ਵਰ ਦੀ ਦੇਣ ਹੈ। ਅਸੀਂ ਉਹਦੇ ਵਿੱਚੋਂ ਕੁਝ ਹਿੱਸਾ ਦੇਣ ਨੂੰ ਜੇ ਆਪਾਂ ਸ਼ਰਮਾਨੇ ਆ ਤੇ ਆਪਾਂ ਨੂੰ ਆਪਣੇ ਦਿਲ ਨੂੰ ਟਟੋਲਣ ਦੀ ਲੋੜ ਹੈ। ਫਿਰ ਤਾਂ ਆਪਾਂ ਕੀ ਹੈਗੇ ਆ? ਕੋਈ ਬੰਦਾ ਨਹੀਂ ਕਹਿੰਦਾ ਕਿ ਮੈਂ ਮਤਲਬ ਹੀ ਇਨਸਾਨ ਹੈਗਾ ਵਾਂ, ਪਰ ਜੇ ਸਾਡੀ ਇਹ ਸੋਚ ਹੈਗੀ ਤਾਂ ਅਸੀਂ ਕੀ ਹੈਗੇ ਆ? ਸਿਰਫ ਤੇ ਸਿਰਫ ਕੀ ਹੈਗਾ? ਮਤਲਬ ਹੀ ਇਨਸਾਨ ਹੈਗੇ ਆ। ਆਪਣੇ ਮਤਲਬ ਨਾਲ ਤੇ ਕਰਨੇ ਆ। ਸਾਨੂੰ ਮਤਲਬ ਹੈਗਾ ਤੇ ਬੜੀ ਸੋਹਣੀ ਮੁਸਕਾਨ ਹੈਗੀ ਹੈ, ਸਾਨੂੰ ਮਤਲਬ ਨਹੀਂ, ਤੁਸੀਂ ਬੰਦੇ ਵੱਲ ਵੇਖਦੇ ਵੀ ਨਹੀਂ, ਸੱਜਾ ਪਾਸਾ ਕਰਕੇ ਆਪਣਾ ਦੂਜੇ ਪਾਸੇ ਟੁਰ ਪੈਂਦੇ ਆ। ਪਰ ਪਰਮੇਸ਼ਵਰ ਕੀ ਹੈ? ਸਾਨੂੰ ਅੰਦਰੋਂ ਬਾਹਰੋਂ ਜਾਣਦੇ ਨੇ। ਇੱਕ ਬੜਾ ਹੀ ਅੱਜ ਬਨੋ ਆਪਣਾ ਪਰਮੇਸ਼ਵਰ ਦੇ ਵਚਨ, ਪਰਮੇਸ਼ਵਰ ਦੀ ਦਇਆ ਮੰਗਣਾ ਕਿ ਪਰਮੇਸ਼ਵਰ ਨੇ ਬੜਾ ਅੱਛਾ, ਆਪਾਂ ਜੂੜ ਚੱਲਾਂਗੇ ਉਹਨੂੰ, ਜੂੜ ਹੁੰਦਾ 24 ਪੜਾਂਗੇ, बड़े ध्यान ना सुनने वाला वर्ष है जूड़ दा 24। अब जो तुम्हें ठोकर खाने से बचा सकता है और अपनी महिमा की भरपूरी के सामने मगन और निर्दोष करके खड़ा कर सकता है। क्या आप कभी निर्दोष हो सकते हैं? बहुत औखा काम है निर्दोष होना। परमेश्वर साड़ी मदद करता है तो असी की है परमेश्वर की मदद के नाल ही निर्दोष हो सकते हैं। पर परमेश्वर का वचन की कहता है? लिखा है या जू 24 कहता है टू हिम हु इज एबल टू कीप यू फ्रॉम स्टम्बलिंग, ਜਿਹੜਾ ਸਾਨੂੰ ਠੋਕਰ ਲੱਗਣ ਤੋਂ ਬਚਾ ਸਕਦਾ ਹੈਗਾ, ਐਂਡ ਟੂ ਪ੍ਰੈਜ਼ੈਂਟ ਯੂ ਬਿਫੋਰ ਹਿਜ਼ ਗਲੋਰੀਅਸ ਪ੍ਰੈਜ਼ੈਂਸ। ਕਹਿੰਦੀ ਪਰਮੇਸ਼ਵਰ ਪਿਤਾ ਦੀ ਗਲੋਰੀਅਸ ਪ੍ਰੈਜ਼ੈਂਸ ਕੀ ਕਰਨੇ ਨੇ? ਉਹ ਤੁਹਾਡੇ ਤੇ ਮੇਰੇ ਟੁੱਟੇ ਵਰਗੇ ਇਨਸਾਨ ਨੂੰ ਕੀ ਹੈ? ਪਰਮੇਸ਼ਵਰ ਦੇ ਜਲਾਲ ਵਿੱਚ ਨਿਸ਼ਪਾਕ ਕਰਕੇ ਪੇਸ਼ ਕਰਦੇ ਨੇ। ਹੁਣ ਜਿਹੜਾ ਯੂ ਵਰਡ ਹੈ ਤੁਸੀਂ ਇਹਦੇ ਤੇ ਆਪਣਾ ਨਾਮ ਲਗਾ ਸਕਦੇ ਹੋ। ਕਿਵੇਂ ਤੁਸੀਂ ਪੜੋਗੇ ਇਹਨੂੰ? ਟੂ ਹਿਮ ਹੂ ਇਜ਼ ਏਬਲ ਟੂ ਕੀਪ ਰਕੇਸ਼ ਫਰਮ ਸਟੰਬਲਿੰਗ ਐਂਡ ਟੂ ਪ੍ਰੈਜ਼ੈਂਟ ਰਕੇਸ਼ ਬਿਫੋਰ ਹਿਜ਼ ਗਲੋਰੀਅਸ ਪ੍ਰੈਜ਼ੈਂਸ ਵਿਦਾਊਟ ਫਾਲਟ ਵਿਦ ਗ੍ਰੇਟ ਜੋਏ। ਆਮੀਨ। ਅਸੀਂ ਬਿਨਾਂ ਕਿਸੇ ਕਮੀ ਦੇ ਖੁਸ਼ੀ ਨਾਲ ਪ੍ਰਭੂ ਯਿਸੂ ਮਸੀਹ ਸਾਨੂੰ ਕੀ ਕਰਨਗੇ? ਪਿਤਾ ਪਰਮੇਸ਼ਵਰ ਦੇ ਸਾਹਮਣੇ ਪੇਸ਼ ਕਰਨਗੇ। मैं चाहना तुसी तुहानू जो टाइम मिले जूड़ 24 ते 25 ਨੂੰ ਧਿਆਨ ਨਾਲ ਪੜੋ। ਇਹ ਪਰਮੇਸ਼ਵਰ ਦੀ ਦਇਆ ਹੀ ਹੈਗੀ ਹੈ ਜਿਹੜੀ ਕੀ ਕਹਿੰਦੇ ਨੇ ਟੁੱਟੇ ਬਰਤਨਾਂ ਤੇ ਹੋ ਗਈ। ਮੈਂ ਵੀ ਟੁੱਟਾ ਬਰਤਨ ਆ, ਤੁਸੀਂ ਪਤਾ, ਤੁਹਾਡਾ ਪਤਾ ਨਹੀਂ ਮੈਨੂੰ ਕਿ ਪਰਮੇਸ਼ਵਰ ਅਸੀਂ ਗੁਨੇਗਾਰ ਹੋਣ ਦੇ ਬਾਵਜੂਦ, ਗਲਤੀਆਂ ਕਰਨ ਦੇ ਬਾਵਜੂਦ ਕੀ ਕਹਿੰਦੇ ਨੇ? ਮੈਂ ਤੁਹਾਡਾ ਜੋ ਵੀ ਨਾਮ ਹੈਗਾ ਮੈਂ ਤੈਨੂੰ ਖੁਸ਼ੀ ਦੇ ਨਾਲ ਪਿਤਾ ਪਰਮੇਸ਼ਵਰ ਦੇ ਅੱਗੇ ਪੇਸ਼ ਕਰਾਂਗਾ ਕਿ ਇਹ ਨਿਸ਼ਪਾਕ ਹੈਗਾ, ਇਹਦੇ ਕੋਈ ਗੁਨਾਹ ਨਹੀਂ ਹੈਗਾ। ਥੈਂਕ ਯੂ ਲਾਰਡ। ਇਹ ਪਰਮੇਸ਼ਵਰ ਦੀ ਬਾਦਸ਼ਾਹਤੀ ਚ ਸ਼ਾਮਲ ਹੋਣ ਦੇ ਕਾਬਲ ਹੈਗਾ। ਇਸ ਤੋਂ ਵੱਡਾ ਬਹੁਤ ਪਰਮੇਸ਼ਵਰ ਦਾ ਵਚਨ ਦਾ ਖੈਰ ਆਪਣਾ ਅਜਾਇਬ ਵੰਡਰਫੁਲ ਹੈਗਾ, ਗ੍ਰੇਟ ਹੈਗਾ। ਪਰ ਇਹ ਜਿਹੜਾ ਵਰਸ ਤੁਹਾਨੂੰ ਦੱਸਦਾ ਹੈ
ਕਿ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਮੈਂ ਤੁਹਾਨੂੰ ਠੋਕਰ ਲੱਗਣ ਤੋਂ ਬਚਾਵਾਂਗਾ। ਤੇ ਤੁਹਾਡਾ ਨਾਮ ਤੁਸੀਂ ਆਪਣਾ ਜੋੜ ਸਕਦੇ ਹੋ ਕਿ ਮੇਰਾ ਜੋ ਵੀ ਵਿਦਨ ਬ੍ਰੈਕਟ ਮੇਰਾ ਨਾਮ ਮੰਨ ਲਓ ਦਵਿੰਦਰ ਹੈਗਾ ਜਾਂ ਮੇਰਾ ਨਾਮ ਸੁਰੇਸ਼ ਹੈਗਾ। ਮੈਂ ਸੁਰੇਸ਼ ਨੂੰ, ਦਵਿੰਦਰ ਨੂੰ, ਸੋਨੀਆ ਨੂੰ ਪਿਤਾ ਪਰਮੇਸ਼ਵਰ ਦੇ ਅੱਗੇ ਪੇਸ਼ ਕਰਾਂਗਾ ਖੁਸ਼ੀ ਦੇ ਨਾਲ, ਨਿਸ਼ਪਾਕ ਬਣਾ ਕੇ। ਆਮੇਨ। ਇਸ ਤੋਂ ਵੱਡੀ ਗੱਲ ਕਿਸੇ ਇਨਸਾਨ ਵਾਸਤੇ ਨਹੀਂ ਹੋ ਸਕਦੀ। ਅਸੀਂ ਉਸ ਪਰਮੇਸ਼ਵਰ ਨੂੰ ਕਿਤੇ ਕਹਿੰਦੇ ਆ ਕਿ ਮੇਰੇ ਕੋਲ ਟਾਈਮ ਨਹੀਂ ਹੈਗਾ ਤੁਹਾਡੇ ਕੰਮ ਵਾਸਤੇ, ਇਹਦਾ ਮਤਲਬ ਆਪਾਂ ਬਾਈਬਲ ਬਿਲਕੁਲ ਪੜ੍ਹੀ ਨਹੀਂ ਹੈ। ਆਪਾਂ ਪਰਮੇਸ਼ਵਰ ਦੀ ਜਿਹੜੀ ਮਹਾਨਤਾ ਹੈਗੀ ਉਹਨੂੰ ਜਾਣਦੇ ਨਹੀਂ ਆ। ਆਪਾਂ ਪਰਮੇਸ਼ਵਰ ਦੇ ਪਿਆਰ ਨੂੰ ਚੱਖਿਆ ਨਹੀਂ ਹੈ। ਆਪਾਂ ਪਰਮੇਸ਼ਵਰ ਦੀ ਸ਼ਾਂਤੀ ਨੂੰ ਐਕਸਪੀਰੀਅੰਸ ਨਹੀਂ ਕੀਤਾ। ਜੇ ਕੀਤਾ ਹੋਵੇ ਤੇ ਅਸੀਂ ਪਰਮੇਸ਼ਵਰ ਨੇ ਜਿਹੜਾ ਸਾਨੂੰ ਜ਼ਿੰਦਗੀ ਦਿੱਤੀ ਹੈ ਉਹਦਾ ਹਿੱਸਾ ਦੇ ਰਹੇ ਹਾਂ, ਅ ਪਾਰਟ ਆਫ ਇਟ। ਜਿਹੜਾ ਪਰਮੇਸ਼ਵਰ ਨੇ ਸਾਨੂੰ ਪਰਿਵਾਰ ਦਿੱਤਾ ਹੈ, ਬੱਚੇ ਦਿੱਤੇ ਨੇ, ਧਨ ਦੌਲਤ ਦਿੱਤੀ ਹੈ, ਸਭ ਕੁਝ ਦਿੱਤਾ ਹੈ, ਉਹਨੂੰ ਇੱਕ ਹਿੱਸਾ ਦੇ ਰਹੇ ਹਾਂ ਆਪਾਂ। ਅੱਜ ਪਰਮੇਸ਼ਵਰ ਵਾਸਤੇ ਹਰ ਇੱਕ ਸੁਣਨ ਵਾਲੇ ਦਾ ਸ਼ੁਕਰੀਆ ਅਦਾ ਕਰਨੇ ਆ ਪਰਮੇਸ਼ਵਰ ਦੇ ਨਾਮ ਦਾ ਕਿ ਪਰਮੇਸ਼ਵਰ ਨੇ ਸਾਨੂੰ ਇਕੱਠੇ ਕੀਤਾ ਤੇ ਸਾਨੂੰ ਇਹ ਸੱਚਾਈ ਦੱਸੀ ਪਰਮੇਸ਼ਵਰ ਨੇ ਕਿ ਕਿਵੇਂ ਆਪਾਂ ਪਰਮੇਸ਼ਵਰ ਦੇ ਬਾਦਸ਼ਾਹ ਤੇ ਜਦੋਂ ਹਿੱਸਾ ਪਾਉਂਦੇ ਆ ਤੇ ਸਵਰਗ ਵਿੱਚ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ। ਤੇ ਪਰਮੇਸ਼ਵਰ ਦੇ ਅੱਗੇ ਅਸੀਂ ਕੀ ਹੈ, ਨਿਸ਼ਪਾਕ ਹੋ ਕੇ ਪੇਸ਼ ਹੁੰਦੇ ਆ। ਪ੍ਰਭੂ ਯਿਸੂ ਮਸੀਹ ਖੁਸ਼ੀ ਨਾਲ ਤੁਹਾਡਾ ਨਾਮ ਲੈ ਕੇ ਤੁਹਾਨੂੰ ਬੁਲਾਉਂਦੇ ਨੇ ਕਿ ਆ ਮੇਰੇ ਬੇਟੇ, ਆ ਮੇਰੀ ਬੇਟੀ, ਤੂੰ ਸਵਰਗ ਦੇ ਰਾਜੇ ਦਾ ਸਵਰਗ ਦਾ ਅਧਿਕਾਰੀ ਹੋ, ਰਾਜੇ ਦਾ ਨਹੀਂ ਸੌਰੀ, ਸਵਰਗ ਦਾ ਅਧਿਕਾਰੀ ਹੋ। ਅਨੰਤ ਜੀਵਨ ਵਾਸਤੇ ਪਰਮੇਸ਼ਵਰ ਪਿਤਾ ਦਾ ਸਾਥ ਰਹੇਗਾ। ਆਓ ਆਪਣੇ ਅੱਖਾਂ ਨੂੰ ਬੰਦ ਕਰਾਂਗੇ, ਸਿਰਾਂ ਨੂੰ ਝੁਕਾਵਾਂਗੇ। ਇਸ ਟਾਈਮ ਉਹ ਸਾਰੇ ਭੈਣ ਭਰਾਵਾਂ ਵਾਸਤੇ ਵੀ ਪ੍ਰਾਰਥਨਾ ਕਰਨੇ ਆ ਜਿਹੜੇ ਕੈਂਸਰ ਦੇ ਪਰੇਸ਼ਾਨ ਨੇ, ਜਿਹੜੇ ਅਰਥਰਾਈਟਸ ਤੋਂ ਪਰੇਸ਼ਾਨ ਨੇ, ਜਿਹੜਾ ਇਹਨੂੰ ਆਪਣਾ ਡਿਪਰੈਸ਼ਨ ਤੋਂ ਪਰੇਸ਼ਾਨ ਨੇ, ਪਰਿਵਾਰ ਤੋਂ ਪਰੇਸ਼ਾਨ ਨੇ, ਬੱਚਿਆਂ ਤੋਂ ਪਰੇਸ਼ਾਨ ਨੇ। ਅੱਜ ਆਓ ਸਾਰੀ ਪਰੇਸ਼ਾਨੀ ਆਪਾਂ ਪਰਮੇਸ਼ਵਰ ਪਿਤਾ ਨੂੰ ਦਿੰਨੇ ਆ। ਯੈਸ ਲਾਰਡ। ਕਿਸ ਪਰਮੇਸ਼ਵਰ ਪਿਤਾ ਨੂੰ ਦਿੰਨੇ ਆ ਜਿਨ੍ਹਾਂ ਨੇ ਤੁਹਾਡੇ ਕਰਕੇ ਆਪਣਾ ਇਕਲੌਤਾ ਪੁੱਤਰ ਦੇਤਾ, ਜਿਨਨੇ ਸਾਨੂੰ ਚੁਣਿਆ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੇ ਜੁਆਇੰਟ ਹੇਅਰਸ ਹੋ ਸਕੀਏ। ਅਸੀਂ ਸਹਿਭਾਗੀ ਹੈਗੇ ਆ ਉਹਨਾਂ ਦੇ। ਪਰਮ ਪਿਤਾ ਪਰਮੇਸ਼ਵਰ ਜੀ, ਫਾਦਰ ਤੁਹਾਡੇ ਚਰਨਾਂ 'ਚ ਆਪਣੇ ਆਪ ਨੂੰ, ਪਰਿਵਾਰ ਨੂੰ ਤੇ ਪਿਤਾ ਜੀ ਸਾਰੇ ਸੁਣਨ ਵਾਲਿਆਂ ਨੂੰ ਲੈ ਕੇ ਆਉਂਦੇ ਆ। ਪਰਮ ਪਿਤਾ ਪਰਮੇਸ਼ਵਰ ਜੀ, ਤੁਹਾਡੀ ਦਇਆ, ਤੁਹਾਡਾ ਅਨੁਗ੍ਰਹਿ ਮੰਗਦੇ ਆ। ਪਰਮ ਪਿਤਾ ਪਰਮੇਸ਼ਵਰ ਜੀ, ਫਾਦਰ ਕਦੀ ਜ਼ਿੰਦਗੀ 'ਚ ਸਾਡੇ ਮੂੰਹ ਜਾਂ ਸਾਡੇ ਦਿਲ 'ਚ ਨਾ ਆਵੇ ਕਿ ਅੱਜ ਮੇਰੇ ਕੋਲ ਤੁਹਾਡੇ ਕੰਮ ਵਾਸਤੇ ਟਾਈਮ ਨਹੀਂ ਹੈ। ਪਰਮ ਪਿਤਾ ਪਰਮੇਸ਼ਵਰ ਜੀ, ਉਹ ਜਿਹੜੀ ਸੋਚ ਹੈਗੀ ਏ ਉਸ ਤੋਂ ਕੀ ਕਹਿੰਦੇ ਨੇ, ਬੁਰੀ ਸੋਚ ਕੋਈ ਨਹੀਂ ਹੋ ਸਕਦੀ। ਤੁਹਾਡਾ ਦਿੱਤਾ ਹੋਇਆ 24 ਘੰਟੇ 'ਚੋਂ ਅਸੀਂ ਕੁਝ ਹਿੱਸਾ ਤੁਹਾਨੂੰ ਦੇਣ ਵਾਸਤੇ ਵੀ ਸ਼ਰਮਾਈਏ ਤੇ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ, ਉਸ ਆਖਰੀ ਦਿਨ ਤੁਹਾਨੂੰ ਮੈਂ ਆਪਣਾ ਮਿੱਤਰ ਕਹਿਣ ਤੋਂ ਸ਼ਰਮਾਵਾਂਗਾ। ਤੇ ਪਰਮ ਪਿਤਾ ਪਰਮੇਸ਼ਵਰ ਜੀ, ਤੁਹਾਡਾ ਜੂੜ 24 ਤੇ 25 ਵਾਸਤੇ ਤੁਹਾਡਾ ਸ਼ੁਕਰ ਅਦਾ ਕਰ ਰਿਹਾ ਕਿ ਤੁਸੀਂ ਸਾਨੂੰ ਖੁਸ਼ੀ ਦੇ ਨਾਲ ਨਿਸ਼ਪਾਕ ਕਰਕੇ ਪਿਤਾ ਪਰਮੇਸ਼ਵਰ ਚਰਨਾਂ 'ਚ ਪੇਸ਼ ਕਰਦੇ ਹੋ ਤਾਂ ਕਿ ਅਸੀਂ ਫਾਰ ਐਵਰ ਲਾਸਟਿੰਗ ਲਾਈਫ ਅਸੀਂ ਤੁਹਾਡੇ ਨਾਲ ਰਹਿ ਸਕੀਏ। ਪਰਮ ਪਿਤਾ ਪਰਮੇਸ਼ਵਰ ਜੀ, ਫਾਦਰ ਹਰ ਸੁਣਨ ਵਾਲੇ ਵਾਸਤੇ ਤੁਹਾਡੀ ਰਹਿਮਤ ਤੇ ਤੁਹਾਡੀ ਦਇਆ ਮੰਗਦੇ ਆ। ਹਰ ਪਰਿਵਾਰ ਵਾਸਤੇ ਤੁਹਾਡੀ ਦੁਆ ਕਰਨੇ ਆ ਪਰਮ ਪਿਤਾ ਪਰਮੇਸ਼ਵਰ ਜੀ ਕਿ ਇਹਨਾਂ ਦੇ ਜ਼ਿੰਦਗੀ ਦੀ ਹਰ ਕਮੀ, ਇਹਨਾਂ ਦੇ ਜ਼ਿੰਦਗੀ ਦੀ ਹਰ ਬੁਰਾਈ ਜਿਹੜੀ ਹੈਗੀ ਏ ਉਹ ਪ੍ਰਭੂ ਯਿਸੂ ਮਸੀਹ ਦੇ ਜਲਾਲੀ ਨਾਮ ਨਾਲ ਖਤਮ ਹੋਏ। ਪਰਮ ਪਿਤਾ ਪਰਮੇਸ਼ਵਰ ਜੀ, ਤੇ ਅਸੀਂ ਸਾਰੇ ਪਰਮ ਪਿਤਾ ਪਰਮੇਸ਼ਵਰ ਜੀ ਹਮੇਸ਼ਾ ਇਹ ਸੋਚੀਏ ਵੀ ਕਿਵੇਂ ਮੈਂ ਪਰਮੇਸ਼ਵਰ ਦੀ ਬਾਦਸ਼ਾਹ ਦੀ ਆਪਣਾ ਯੋਗਦਾਨ ਪਾ ਸਕਦਾ। ਕਿਉਂਕਿ ਤੁਸੀਂ ਜਿਵੇਂ ਮਤੀ 28 ਚ ਲਿਖਿਆ, 19 ਦੇ ਦੱਸਿਆ ਹੈਗਾ ਕਿ ਯੂ ਆਰ ਵਿਦ ਅਸ ਟਿਲ ਦੀ ਐਂਡ ਆਫ ਦੀ ਏਜ ਫਾਦਰ। ਵੀ ਆਰ ਨੈਵਰ ਅਲੋਨ ਫਾਦਰ। We have your company all the time. We have your help all the time. We have your grace all the time, Father. So, Father, we give glory to name Param Pita Parmeshwar ji. ਤੁਹਾਡੇ ਨਾਮ ਦਾ ਸ਼ੁਕਰੀਆ ਅਦਾ ਕਰਨੇ ਆ, ਤੁਹਾਡੇ ਨਾਮ ਨੂੰ ਜਲਾਲ ਦਿੰਦੇ ਆ,
ਤੁਹਾਡੇ ਵਚਨਾਂ ਵਾਸਤੇ ਸ਼ੁਕਰ ਅਦਾ ਕਰਨੇ ਆ ਜਿਹੜੇ ਸਾਰੇ ਯਸ ਤੇ ਏਮਨ ਵਿੱਚ ਹੈਗੇ। ਪਰਮ Amen. ਪਿਤਾ ਪਰਮੇਸ਼ਵਰ ਜੀ ਹਰ ਸੁਣਨ ਵਾਲੇ ਤੇ ਬੜੀ ਬਰਕਤ ਠਹਿਰੇ। ਪ੍ਰਭੂ ਯਿਸੂ ਮਸੀਹ ਦੇ ਨਾਮ ਨਾਲ ਆਮੀਨ। ਆਮੀਨ। ਗॉड ब्लेस यू।